नमस्कार, सत श्री अकाल। मैं विनय हरी एक बार फिर तुहाडे सारे दोस्तों के सामने अपना लाइव सैशन असी अज डिस्कशन करांगे। लाइव सैशन दे विच असी तुहाडीआं कॉल्स लवांगे। जो भी तुहाडा स्टूडेंट वीज़ा नाल संबंधित इमीग्रेशन नाल संबंधित सवाल है असी वो सारे सवालों के जवाब देने की कोशिश करांगे। अज का जिहड़ा साडा टॉपिक है असी ज़्यादातर कैनेडा के कॉल्स लवांगे तां जो बच्चों दी जिहड़ियां परेशानियां आ रही उन्हां प्रॉब्लम्स तक पहुँचया जाए। दिक्कत कित्थे आंदी है जदों किसी बच्चे ने बाहर जाना हुंदा उहदे कोलों सवाल बहुत हुंदे उन्हां सवालों के जवाब देने वाला कोई नहीं हुंदा। असी हर रोज़ व्यापार करते हैं, साडे कोल हर रोज़ दे रिजल्ट हुंदे हैं जिहदे सदका असी बच्चों नूं सही गाइडेंस दिंदे हां कि किद्दां बच्चे आपदा चंगा फ्यूचर बना सकते हैं विदेशों दे विच जाके। असी इस लाइव के दौरान नाल दी नाल तुहाडीआं कॉल्स भी लवांगे, समस्यावां दे हल भी कढ़ांगे। समस्या सब तो वड्डी की है पैसे की समस्या। पैसा नहीं है बाहर जाने लई। कई तरह के लोग ने, कोई अमीर है कोई गरीब है, किसी के पढ़ाई चंगे नंबर है किसी के घट नंबर है। असी वो सारे सवालों के जवाब लवांगे। इत्थे तक कि किद्दां आपां फ्री च बाहर जा सकते हैं, बगैर पैसों के बाहर जा सकते हैं, वो भी चीज़ां डिस्कस करांगे। नाल दी नाल कॉल्स लवांगे। ज़्यादातर मेरा अज का टॉपिक कॉल्स के उत्ते ही होएगा। हाँ जी, सत श्री अकाल जी। सत श्री अकाल जी। जी की नाम तुहाडा? आतिश सर। हाँ जी, आतिश सर। आतिश आतिश। आतिश जी की जानना चाहते हो? सर मैं ना जलंधर सर विजिट की सर अपने कैनम वाले मतलब मेरे ना डॉक्यूमेंट सर असेस कर ले सी। अच्छा जी। ਤੇ ਉਹਨਾਂ ਨੇ ਸਰ ਮੇਰਾ ਕੀ ਬੋਲਦੇ ਫੈਂਚੋ ਜੇ ਮੈਨੂੰ ਪਤਾ ਨਹੀਂ ਫ੍ਰੀ ਆਫ ਕੋਸਟ ਆਫਰ ਲੈਟਰ ਮੰਗਵਾਤਾ ਸਰ ਮੈਨੂੰ। अच्छा जी। ਤੇ ਪਿੱਛੇ ਸਰ ਸਟ੍ਰਾਈਕ ਦੇ ਕਾਰਨ ਬੈਂਕ ਬੰਦ ਰਹੇ ਸਰ, ਮੈਨੂੰ ਫੀਸ ਪੇਮੈਂਟ 'ਚ ਬੜੀ ਪ੍ਰੋਬਲਮ ਆਉਂਦੀ ਤੇ ਹੁਣ ਸਰ ਮੇਰਾ ਫੋਨ ਨਹੀਂ ਚੁੱਕਦੇ ਨਾ ਉਹ ਗੱਲ ਕਰਦੇ ਜੱਜ ਨਾਲ ਜੀ। ਤੇ ਕਿੱਥੋਂ ਲਾਇਆ ਹੋਇਆ ਤੁਸੀਂ ਕੇਸ? ਸਰ ਮੈਂ ਕੈਨਮ ਤੋਂ ਮੈਂ ਕੇਸ ਲਵਾਇਆ ਨਹੀਂ ਸਰ, ਮੈਨੂੰ ਨਹੀਂ ਪਤਾ ਕਿ ਆਫਰ ਮੇਰਾ ਆ ਗਿਆ ਸੀ ਸਰ। ਤੇ ਮੈਨੂੰ ਕਾਲਜ ਵੱਲੋਂ ਮੇਲ ਆਈ ਤੇ ਮੈਂ ਉਹਨਾਂ ਨੂੰ ਪੁੱਛਿਆ, ਕਹਿੰਦੇ ਹਾਂਜੀ ਤੁਹਾਡਾ ਆਏਗਾ ਆਫਰ। ਅੱਛਾ ਜੀ। ਮੈਨੂੰ ਉਹਨਾਂ ਨੇ ਵੀ ਦੱਸਿਆ ਜੀ ਮੇਰਾ ਆਫਰ ਆਏਗਾ ਸਰ। ਤੁਸੀਂ ਕੀ ਜਾਣਨਾ ਚਾਹੁੰਦੇ ਹੋ ਮੇਰੇ ਕੋਲੋਂ ਹੁਣ? ਮੈਂ ਸਰ ਇਹ ਜਾਣਨਾ ਚਾਹੁੰਦਾ ਕਿ ਕਿਆ ਸਰ ਫੀਸ ਦੀ ਐਕਸਟੈਂਸ਼ਨ ਹੋ ਸਕਦੀ ਹੈ, ਮੇਰੀ ਡੇਟ ਵਗੈਰਾ ਮਿਲ ਸਕਦੀ ਹੈ, ਨਹੀਂ ਤੇ ਸਰ ਮੈਂ ਨਵਾਂ ਕੇਸ ਲਾਵਾਂ। ਮੇਰੇ ਸਰ 6.5 ਬੈਂਡ ਹੈ ਜੀ ਓਵਰਆਲ। 6 ਚ ਮੈਂ ਬੀਟੈਕ ਕੀਤੀ ਹੈ, 2018 ਪਾਸ ਆਊਟ ਹੈ ਜੀ। ਤੁਸੀਂ ਸਾਡੇ ਕੋਲੋਂ ਅਪਲਾਈ ਕਰਨਾ, ਅਸੀਂ $5000 ਚ ਭੇਜਾਂਗੇ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਠੀਕ ਹੈ ਜੀ ਸਰ। GIC ਵਗੈਰਾ ਵੀ ਜੀ? GIC ਤੁਹਾਨੂੰ ਭੇਜਣਾ ਪਏਗਾ। ਕਾਲਜ ਦੀ ਫੀਸ $5000 ਹੈ, ਉਹ ਵੀਜ਼ਾ ਲੱਗਣ ਤੋਂ ਬਾਅਦ ਲਿੱਤੀ ਜਾਏਗੀ। ਇਹ ਕਾਲਜ ਤੁਹਾਨੂੰ ਟੋਰਾਂਟੋ 'ਚ ਮਿਲ ਜਾਏਗਾ ਜਾਂ ਵੈਨਕੂਵਰ 'ਚ ਮਿਲ ਜਾਏਗਾ। ਠੀਕ ਹੈ ਜੀ, ਟੋਰਾਂਟੋ ਮਿਲ ਜਾਏਗਾ ਜੀ। ਟੋਰਾਂਟੋ ਜਾਂ ਵੈਨਕੂਵਰ ਜਿੱਥੇ ਜਾਣਾ ਚਾਹੁੰਦੇ ਹੋ, ਮਈ ਇਨਟੇਕ ਵਾਸਤੇ ਦਾਖਲਾ ਹੋ ਜਾਏਗਾ ਤੁਹਾਡਾ। ਠੀਕ ਹੈ ਜੀ ਸਰ। ਮੈਂ ਸਰ ਮੰਡੇ ਤੋਂ ਅਵੇਲੇਬਲ ਹੁੰਦੇ ਜੀ? हाँ जी, मंडे ਤੁਸੀਂ ਆ ਜਾਓ ਸਵੇਰ ਨੂੰ। ਕਿੱਥੋਂ ਬੋਲਦੇ ਹੋ ਤੁਸੀਂ? ਪਠਾਨਕੋਟ ਤੋਂ ਜੀ। हाँ जी, ਤੁਸੀਂ ਆਪਣੇ ਸਾਰੇ ਕਾਗਜ਼ ਨਾਲ ਲੈ ਕੇ ਆਓ। 2 ਦਿਨ 'ਚ ਆਫਰ ਲੈਟਰ ਆ ਜਾਏਗਾ, 15 ਦਿਨ 'ਚ ਫਾਈਲ ਜਮ੍ਹਾਂ ਹੋ ਜਾਏਗੀ ਵੈਸੀ। ਠੀਕ ਹੈ ਜੀ। ਠੀਕ ਹੈ, ਧੰਨਵਾਦ ਸਾਥੀ ਜੀ। ਥੈਂਕ ਯੂ। ਕੋਈ ਵੀ ਤੁਹਾਡੀ ਸਮੱਸਿਆ ਉਸ ਚੀਜ਼ ਦਾ ਜਵਾਬ ਮੇਰੇ ਕੋਲੋਂ ਮਿਲੇਗਾ ਤੁਹਾਨੂੰ। ਅਸੀਂ ਇਸ ਲਾਈਵ ਸੈਸ਼ਨ ਦੇ ਜ਼ਰੀਏ ਕਈ ਤਰ੍ਹਾਂ ਦੇ ਜਿਹੜੀ ਸਮੱਸਿਆਵਾਂ ਜੋ ਅੱਜ ਦੀ ਸਮੱਸਿਆ ਵਾ ਉਸ ਚੀਜ਼ ਨੂੰ ਡਿਸਕਸ਼ਨ ਕਰਾਂਗੇ। ਨਾਲ ਦੀ ਨਾਲ ਮੇਰੇ ਕੋਲ ਇੱਥੇ ਚੈਟ ਵਿੰਡੋ ਦੇ ਵਿੱਚ ਤੁਹਾਡੇ ਸਵਾਲ ਵੀ ਹੋਣਗੇ ਕਿ ਜੋ ਤੁਸੀਂ ਜਾਣਨਾ ਚਾਹੁੰਦੇ ਹੋ, ਮੈਂ ਉਹ ਵੀ ਕੋਸ਼ਿਸ਼ ਕਰਾਂਗਾ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ। ਅੱਜ ਸਭ ਤੋਂ ਵੱਡੀ ਸਮੱਸਿਆ ਕੀ ਹੈ ਕਿ ਵੀਜ਼ਾ ਰਿਫਿਊਜ਼ਲ ਬਹੁਤ ਜ਼ਿਆਦਾ। ਵੀਜ਼ਾ ਰਿਫਿਊਜ਼ ਕਿਉਂ ਹੁੰਦਾ ਪਿਆ ਵਾ? ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਕੋਰੋਨਾ ਵਾਇਰਸ ਦੇ ਦੌਰਾਨ ਅੰਬੈਸੀ ਨੇ ਬਹੁਤ ਕੁਝ ਦੇਖਣਾ ਹੁੰਦਾ ਕਿ ਜਿਹਨੂੰ ਵੀਜ਼ਾ ਦੇ ਦਿੱਤਾ ਉਹਨੂੰ ਟਰੈਵਲ ਵੀ ਕਰਾਉਣਾ ਪੈਣਾ ਕੱਲ੍ਹ ਨੂੰ। ਤੇ ਕੋਈ ਵੀ ਨਹੀਂ ਚਾਹੁੰਦਾ ਕਿ ਇੱਕਦਮ ਕੋਰੋਨਾ ਉਹਨਾਂ ਦੇ ਮੁਲਕ 'ਚ ਵੱਧ ਜਾਵੇ। ਉਨੇ ਕੁ ਲੋਕਾਂ ਨੂੰ ਪਾਸਪੋਰਟ ਰਿਕੁਐਸਟ ਦਿੱਤੀ ਜਾ ਰਹੀ ਹੈ ਜਿੰਨੇ ਕੁ ਲੋਕਾਂ ਨੂੰ ਉੱਥੇ ਸੰਭਾਲਿਆ ਜਾ ਸਕਦਾ। ਅੰਬੈਸੀ ਦਾ ਜਿਹੜਾ ਵੀਜ਼ਾ ਆਫਿਸਰ ਨੇ ਜਿਨ੍ਹਾਂ ਨੇ ਤੁਹਾਨੂੰ ਵੀਜ਼ਾ ਦੇਣਾ ਵਾ, ਉਹਨਾਂ ਨੇ ਤੁਹਾਡੀ ਪ੍ਰੋਸੈਸਿੰਗ ਦੇ ਵਿੱਚ ਦੇਖਣਾ ਕਿ ਕਿੰਨੀ ਕੁ ਐਪਲੀਕੇਸ਼ਨ ਉਹਨਾਂ ਦੇ ਕੋਲ ਆਲਰੇਡੀ ਹੈਗੀ ਹੈ। ਜਦੋਂ ਅਸੀਂ ਕੇਸ ਅਪਲਾਈ ਕਰਦੇ ਹਾਂ, ਆਫਿਸਰ ਦੇ ਕੋਲ ਹਰ ਰੋਜ਼ ਹਜ਼ਾਰਾਂ ਹੀ ਫਾਈਲਾਂ ਜਾਂਦੀਆਂ। ਜਦੋਂ ਤੁਸੀਂ ਇਸ ਚੀਜ਼ ਨੂੰ ਲੈ ਕੇ ਚਿੰਤਿਤ ਹੁੰਦੇ ਹੋ ਕਿ ਮੇਰੀ PPR ਰਿਕੁਐਸਟ ਕਿਉਂ ਨਹੀਂ ਆ ਰਹੀ, ਉੱਥੇ ਲੱਖਾਂ ਹੀ ਫਾਈਲਾਂ ਪਹਿਲਾਂ ਲੱਗੀਆਂ ਹੋਈਆਂ ਵਾ। ਫਸਟ ਕਮ ਫਸਟ ਸਰਵ ਵਾਲਾ ਕੰਮ ਹੈ। ਅੱਜ ਜਿਨ੍ਹਾਂ ਦੇ ਵੀਜ਼ੇ ਆਉਂਦੇ ਪਏ ਆ, ਜਿਨ੍ਹਾਂ ਦੀਆਂ ਜੂਨ ਜੁਲਾਈ ਅਗਸਤ 'ਚ ਫਾਈਲਾਂ ਲੱਗੀਆਂ ਸੀ, ਅੱਜ ਉਹਨਾਂ ਬੱਚਿਆਂ ਦੇ ਵੀਜ਼ੇ ਆ ਰਹੇ ਆ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਸਰ। ਜੀ ਕੀ ਨਾਮ ਤੁਹਾਡਾ? सर मेरा नाम तरसेम सिंह है। हाँ जी, तरसेम जी की जानना चाहते हो? सर मैं अभी आपसे लाइव ही देख रहा था। हाँ जी, बताइए। जी मैं जानना चाहता था कि मैंने 2009 में आइल्स किया था। हाँ जी। उसके बाद
न्यूजीलैंड का वीजा अप्लाई किया था, बट वीजा मुझे मिला नहीं। अच्छा जी। उसमें रीजन ये था कि उनको लगा, जो मेरे को बताया गया था, मेरे जिसके साथ मैंने अप्लाई किया था, उसने मेरे को बताया था कि उन्होंने रिफ्यूजल रीजन जो दिया है वो यही दिया है कि आप रिटर्न नहीं आओगे। अच्छा, वापस नहीं आएंगे। जी जी, दैट्स ओनली। जी। आपका तरसेम जी कहाँ से बोल रहे हैं आप? सर मैं हरियाणा के डिस्ट्रिक्ट जींद से बोल रहा हूँ। जींद से बोले। पढ़े कितना हुए हैं आप? सर मैं MBA किया हूँ। MBA कब किया आपने तरसेम जी? 18 में सर। 2018 में। उसके बाद क्या किया आपने? सर मैं 2012 से प्राइवेट जॉब पर था। अच्छा जी। उड़ान कंपनी में मैं फ्लीट मैनेजर पे था, दिल्ली NCR का जी। उससे पहले ग्रोफर में था, गुड़गांव का मैनेजर था, मैं ऑपरेशन मैनेजर था जी जी। मेरा वर्क एक्सपीरियंस 7 ईयर का है सर। वेरी गुड। आपने आइल्स किया हुआ है? नहीं सर, अभी नहीं किया है। आप आइल्स में 6 बैंड लेके कनाडा के लिए अप्लाई कर लीजिए, आपको वैंकूवर या टोरंटो दोनों में एडमिशन मिल जाएगा जी। ओके सर, ऑस्ट्रेलिया कहीं नहीं हो सकता क्या? ऑस्ट्रेलिया में सर गैप वाली एप्लीकेशन नहीं ली जाती सर। ओके ओके ओके। आप बताइए समस्या क्या है आपकी, क्या कंसर्न, क्या कौन सी चीज आपको रोकती है? मैं इसलिए आपके पास कॉल किया था कि मैं जानना चाहता था कि आइल्स से नेसेसरी है इसमें? आपको आइल्स में क्या दिक्कत, क्या क्या आप आइल्स नहीं कर सकते? आप मुझे खुल के बताइए, मैं आपको हल बताऊंगा इसका। सर दिक्कत नहीं है, आई कैन डू, मैं कर सकता हूँ, ऐसी कोई बात नहीं है। बट नॉर्मली मैं पूछ रहा था कि आइल्स ही जरूरी है या फिर विदाउट आइल्स कुछ हो सकता है? सर विदाउट आइल्स भी हो सकता है, बट उसके लिए है जिसके पास ऑलरेडी इंग्लिश जो कर सकता है उसको करके लगानी चाहिए, क्योंकि बिना आइल्स की जो फाइलें हैं उसकी प्रोसेसिंग में बहुत टाइम लगता है। ओके। अगर आप 6 बैंड लेते हैं, आपके आइल्स का सर्टिफिकेट देख के वीज़ा ऑफिसर को पता चल जाएगा कि आपको इंग्लिश आती है। जी सर। अगर आप आइल्स का सर्टिफिकेट नहीं लगा रहे, वो कैसे असेस करेंगे कि आपको अंग्रेजी आती है या नहीं आती? डेफिनेटली। क्योंकि आगे जो पढ़ाई है वो तो सारी इंग्लिश मीडियम में है। हाँ जी सर। तो इसलिए अगर आपको कनाडा जाना है तो आइल्स रिकमेंडेड है। आप आइल्स के बिना डालेंगे आपका फाइल फंस जाएगी वहाँ पे। ओके सर। ठीक है, आप आइल्स 6 बैंड लेके अप्लाई करिएगा। अगर आपने आइल्स नहीं करनी या आपसे नहीं हो रही तो उसके लिए रिकमेंड करूँगा आप फिर US से अप्लाई कर लीजिए। आपको अमेरिका में MBA के लिए या मास्टर्स के लिए एडमिशन मिलेगा, जिसमें जो फीस होती है वहां जाके देनी होती है। यहाँ से कोई पैसा नहीं लगता आपका जी। इंडिया से आप फ्री ऑफ कॉस्ट जा सकते हैं। ओके सर। अगर कोई ऐसी समस्या हुई तो आप किसी समय भी हमारे ऑफिस विजिट करके जानकारी ले लीजिएगा। यस सर। यहाँ से 50,000 लाख रुपया लगेगा, आप अमेरिका आराम से पहुंच जाएंगे। नो प्रॉब्लम सर, थैंक यू। धन्यवाद। हर किसी दी आपदी अलग अलग समस्या। ਜਦੋਂ ਕਿਸੇ ਨੇ ਬਾਹਰ ਜਾਣਾ ਹੁੰਦਾ ਵਾ ਉਹਦੇ ਦਿਮਾਗ 'ਚ ਹੁੰਦਾ ਕਿ ਵੀਜ਼ਾ ਤਾਂ ਲੱਗ ਹੀ ਜਾਣਾ ਮੇਰਾ, ਬਟ ਜਦੋਂ ਰਿਫਿਊਜ਼ ਹੁੰਦਾ ਵਾ ਫਿਰ ਸਾਰਾ ਪਰਿਵਾਰ ਨਿਰਾਸ਼ ਹੁੰਦਾ ਵਾ। ਅੱਜ ਜ਼ਿਆਦਾਤਰ ਬੱਚਿਆਂ ਦੇ ਵੀਜ਼ੇ ਰਿਫਿਊਜ਼ ਨੇ। ਕਿੱਥੇ ਜਾਣ ਉਹ ਬੱਚੇ, ਕਿਸ ਰੀਜ਼ਨ ਨਾਲ ਵੀਜ਼ਾ ਰਿਫਿਊਜ਼ ਹੋ ਰਿਹਾ? ਅਸੀਂ ਸਾਰੇ ਜਣਿਆਂ ਨੇ ਕੋਈ ਨਾ ਕੋਈ ਹਰ ਰੋਜ਼ ਅਸੀਂ ਕੰਮ ਕਰਦੇ ਹਾਂ। ਅਸੀਂ ਕਈ ਜਗ੍ਹਾ ਦੇ ਉੱਤੇ ਐਪਲੀਕੇਸ਼ਨ ਦਿੰਦੇ ਹਾਂ। ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਦਿੰਦੇ ਹਾਂ, ਉਸ ਐਪਲੀਕੇਸ਼ਨ ਦੇ ਵਿੱਚ ਭਰ ਕੇ ਦਿੰਦੇ ਹਾਂ ਜੋ ਅਸੀਂ ਉਸ ਚੀਜ਼ ਵਾਸਤੇ ਜਾਣਨਾ ਚਾਹੁੰਦੇ ਹਾਂ। ਤੁਸੀਂ ਕੈਨੇਡਾ ਜਾਣ ਵਾਸਤੇ ਜਨਵਰੀ ਇਨਟੇਕ ਦੀ ਫਾਈਲ ਲਗਾਈ ਸੀ, ਤੁਹਾਡਾ ਜਨਵਰੀ ਇਨਟੇਕ ਤੱਕ ਵੀਜ਼ਾ ਨਹੀਂ ਆਇਆ, ਉਸ ਤੋਂ ਬਾਅਦ ਤੁਹਾਡਾ ਰਿਫਿਊਜ਼ਲ ਆਣਾ ਹੈ। ਤੁਹਾਨੂੰ ਲੱਗਦਾ ਤੁਸੀਂ ਡੈਫਰ ਕਰ ਲਿਆ, ਤੁਸੀਂ ਕਾਲਜ ਦੇ ਵਿੱਚ ਨਵੀਂ ਆਫਰ ਲੈਟਰ ਲੈ ਲਈ, ਤੁਸੀਂ ਵੈਬ ਫਾਰਮ ਦੇ ਜ਼ਰੀਏ ਆਫਰ ਲੈਟਰ ਭੇਜਤੀ, ਉਹ ਭਾਈ ਤੁਹਾਡਾ ਐਪਲੀਕੇਸ਼ਨ ਫਾਰਮ ਦੇ ਵਿੱਚ ਹਜੇ ਵੀ ਜਨਵਰੀ ਇਨਟੇਕ ਹੀ ਭਰਿਆ ਹੋਇਆ ਹੈ। ਇੰਨਾ ਕੋਈ ਵਿਹਲਾ ਨਹੀਂ ਹੈਗਾ ਵੀ ਤੁਸੀਂ ਇੱਕ ਵੈਬ ਫਾਰਮ ਨਾਲ ਆਪਰੇਟ ਕਰਦੇ ਪਏ ਹੋ ਜਾਂ ਇੰਟੀਮੇਸ਼ਨ ਦੇ ਰਹੇ ਹੋ ਤਾਂ ਉਹਦੇ ਨਾਲ ਤੁਹਾਡੀ ਸਾਰੀ ਪ੍ਰੋਸੈਸਿੰਗ ਚੇਂਜ ਹੋ ਜਾਏਗੀ। ਦੁਬਾਰਾ ਸਮਝਾਣਾ, ਅੱਜ ਵੀਜ਼ਾ ਰਿਫਿਊਜ਼ਲ ਦਾ ਕਾਰਨ ਕੀ ਹੈ? ਅੱਜ ਵੀਜ਼ਾ ਰਿਫਿਊਜ਼ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਰੋਨਾ ਵਾਇਰਸ, ਜਿਹਦੇ ਵਿੱਚ ਪ੍ਰੋਸੈਸਿੰਗ ਲੇਟ ਹੋ ਰਹੀ ਹੈ। ਸਧਾਰਨ ਸ਼ਬਦਾਂ 'ਚ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਤੁਸੀਂ 31 ਦਸੰਬਰ ਨਵਾਂ ਸਾਲ ਮਨਾਉਣ ਵਾਸਤੇ ਗੋਆ ਦੇ ਕਿਸੇ ਹੋਟਲ ਦੇ ਵਿੱਚ ਕਮਰਾ ਬੁੱਕ ਕਰਦੇ ਹੋ। ਤੁਸੀਂ ਕਮਰਾ ਬੁੱਕ ਕਰਦੇ ਹੋ ਕਿ ਤੁਸੀਂ 29 ਤਰੀਕ ਨੂੰ ਗੋਆ ਆਓਗੇ। ਤੁਸੀਂ 29 ਦੀ ਰਾਤ
30 ਦੀ ਰਾਤ 31 ਤਾਂ ਪਹਿਲੀ 4 ਦਿਨ ਤੁਸੀਂ ਗੋਆ ਦੇ ਵਿੱਚ ਰਹੋਗੇ, ਨਵਾਂ ਸਾਲ ਉੱਥੇ ਮਨਾਓਗੇ। ਇਹ ਨਵਾਂ ਸਾਲ ਮਨਾਉਣ ਵਾਸਤੇ 4 ਦਿਨਾਂ ਦੇ ਤੁਸੀਂ ਪੈਸੇ ਗੋਆ ਦੇ ਕਿਸੇ ਕਾਲਜ ਨੂੰ ਭੇਜ ਦਿੰਦੇ ਹੋ, ਉੱਥੇ ਆਪਣੀ ਐਡਮਿਸ਼ਨ ਕਨਫਰਮ ਕਰਾ ਲੈਂਦੇ ਹੋ, ਹੋਟਲ ਦੀ ਬੁਕਿੰਗ। ਕਿਸੇ ਕਾਰਨ ਤੁਸੀਂ ਉੱਥੇ ਨਹੀਂ ਜਾ ਪਾਉਂਦੇ, ਤੁਸੀਂ ਫਰਵਰੀ ਦੇ ਵਿੱਚ ਮੂਡ ਬਣਦਾ ਤੁਹਾਡਾ ਵੀ ਹੁਣ ਅਸੀਂ ਫਰਵਰੀ 'ਚ ਗੋਆ ਚੱਲਦੇ ਹਾਂ। ਤੁਸੀਂ ਫਰਵਰੀ 'ਚ ਉਸ ਹੋਟਲ 'ਚ ਜਾ ਕੇ ਕਹਿੰਦੇ ਹੋ ਜੀ ਮੈਂ ਤਾਂ 31 ਦਸੰਬਰ ਦੇ ਪੈਸੇ ਤਾਰੇ ਹੋਏ, ਮੈਨੂੰ ਉਹ ਕਮਰਾ ਦਿੱਤਾ ਜਾਏ। ਤੁਹਾਨੂੰ ਉਹ ਕਮਰਾ ਨਹੀਂ ਦੇਣਾ ਨਾ ਕਿਸੇ ਨੇ। ਕਿਉਂ ਨਹੀਂ ਦੇਣਾ? ਕਿਉਂਕਿ ਉਹ ਡੇਟ ਲੰਘ ਚੁੱਕੀ ਹੈ। ਸਿਮਿਲਰ ਕੇਸ ਦੇ ਵਿੱਚ ਤੁਸੀਂ ਅਗਸਤ, ਸਤੰਬਰ, ਅਕਤੂਬਰ ਦੇ ਵਿੱਚ, ਜਨਵਰੀ ਇਨਟੇਕ ਦੇ ਵਿੱਚ ਕੈਨੇਡਾ ਪੜ੍ਹਨ ਵਾਸਤੇ ਆਪਦੀ ਫਾਈਲ ਲਾਈ ਸੀ। ਜਨਵਰੀ 7 ਤਰੀਕ ਨੂੰ ਤੁਹਾਡਾ ਕੋਰਸ ਸ਼ੁਰੂ ਹੋਣਾ ਸੀ, ਤੁਹਾਨੂੰ ਜਨਵਰੀ 7 ਤਰੀਕ ਤੱਕ ਅੰਬੈਸੀ ਵੱਲੋਂ ਵੀਜ਼ਾ ਨਹੀਂ ਮਿਲਿਆ। ਤੁਹਾਡੀ ਪ੍ਰੋਸੈਸਿੰਗ, ਤੁਹਾਡੇ ਸਾਰੇ ਕਾਗਜ਼ ਬਣੇ ਸੀਗੇ ਜਨਵਰੀ ਇਨਟੇਕ ਵਾਸਤੇ, ਤੁਹਾਨੂੰ ਜਨਵਰੀ ਇਨਟੇਕ 'ਚ ਵੀਜ਼ਾ ਨਹੀਂ ਮਿਲਿਆ। ਤੁਹਾਨੂੰ ਆਪਦੀ ਫਾਈਲ ਵਿਡਰਾਅ ਕਰਾਉਣੀ ਚਾਹੀਦੀ ਸੀ। ਤੁਸੀਂ ਨਵੀਂ ਐਡਮਿਸ਼ਨ ਲੈ ਕੇ ਦੁਬਾਰਾ ਮਈ ਇਨਟੇਕ ਜਾਂ ਸਤੰਬਰ ਇਨਟੇਕ ਵਾਸਤੇ ਜਮ੍ਹਾਂ ਕਰਾ ਦਿੰਦੇ। ਤੁਸੀਂ ਕਹਿੰਦੇ ਹੋ ਤੁਹਾਨੂੰ ਫਰਵਰੀ 14 ਤਰੀਕ ਨੂੰ ਅੰਬੈਸੀ ਨੇ ਵੀਜ਼ਾ ਰਿਫਿਊਜ਼ ਕਰਤਾ, ਇਹ ਕਹਿ ਕੇ ਕਿ ਤੁਸੀਂ ਵਾਪਸ ਨਹੀਂ ਆਣਾ। ਅੰਬੈਸੀ ਕਹਿੰਦੀ ਹੈ ਕਿ ਨਹੀਂ ਤੁਸੀਂ ਵਾਪਸ ਨਹੀਂ ਆਣਾ, ਤੁਹਾਡਾ ਕੋਰਸ ਰੈਲੇਵੈਂਟ ਨਹੀਂ ਹੈਗਾ। ਦੂਸਰੇ ਪਾਸੇ ਦੇਖੋ ਵੀ ਤੁਸੀਂ ਜਨਵਰੀ ਇਨਟੇਕ ਦਾ ਅਪਲਾਈ ਕੀਤਾ ਸੀ, ਜਿੰਨੀ ਤਰੀਕ ਨੂੰ ਕੋਰਸ ਸ਼ੁਰੂ ਹੋਣਾ ਸੀ 19 ਤਰੀਕ ਤੱਕ ਵੀਜ਼ਾ ਤੁਹਾਡਾ ਆਇਆ ਨਹੀਂ। ਕੀ ਕਰਨਾ ਚਾਹੀਦਾ ਸੀਗਾ ਤੁਹਾਨੂੰ? ਤੁਸੀਂ ਕਹਿੰਦੇ ਨਹੀਂ ਮੈਂ ਤਾਂ ਨਵੀਂ ਆਫਰ ਲੈਟਰ ਲੈ ਲਈ, ਮੈਂ ਨਵਾਂ ਡੈਫਰ ਕਰਾ ਕੇ ਅੰਬੈਸੀ ਨੂੰ ਭੇਜਤੇ ਕਾਗਜ਼। ਕਿੱਦਾਂ ਭੇਜੇ ਤੁਸੀਂ ਕਾਗਜ਼? ਤੁਹਾਡਾ ਐਪਲੀਕੇਸ਼ਨ ਫਾਰਮ, ਤੁਹਾਡਾ ਕੇਸ ਪ੍ਰੋਸੈਸ ਤਾਂ ਸਾਰਾ ਹੋਇਆ ਸੀਗਾ ਜਨਵਰੀ ਇਨਟੇਕ ਲਈ। ਹਾਂ, ਪ੍ਰੋਵੀਜ਼ਨ ਹੈਗਾ, ਤੁਸੀਂ IRCC ਦੇ ਵੈਬ ਫਾਰਮ ਤੇ ਜਾਓਗੇ, ਵੈਬ ਫਾਰਮ ਤੇ ਜਾ ਕੇ ਆਪਦੀ ਡਿਟੇਲ ਭਰੋਗੇ ਕਿ ਸ਼੍ਰੀਮਾਨ ਜੀ ਮੈਂ ਇੱਦਾਂ ਕੋਰਸ ਅਪਲਾਈ ਕੀਤਾ ਸੀ ਤੇ ਹੁਣ ਮੇਰੇ ਨਾਲ ਇਹ ਹੋ ਗਿਆ, ਉਹ ਹੋ ਗਿਆ ਤੇ ਹੁਣ ਮੈਂ ਡੈਫਰ ਕਰ ਲਿਆ। ਤੁਸੀਂ ਉਹ ਫਾਰਮ ਸਬਮਿਟ ਕਰ ਦਿੰਦੇ ਹੋ। ਤੁਹਾਨੂੰ ਲੱਗਦਾ ਕਿਸੇ ਕੋਲ ਇੰਨਾ ਟਾਈਮ ਹੈ? ਤੁਹਾਡੀ ਉਸ ਫਾਰਮ ਨੂੰ ਖੋਲ ਕੇ ਬੰਦਾ ਪੜ੍ਹੇਗਾ, ਤੁਹਾਡੀ ਆਫਰ ਲੈਟਰ ਜਿਹੜੀ ਅਟੈਚ ਕੀਤੀ ਉਹਨੂੰ ਖੋਲੇਗਾ, ਖੋਲ ਕੇ ਤਰੀਕ ਦੇਖ ਕੇ ਤੁਹਾਡੀ ਫਾਈਲ ਖੋਲ ਕੇ ਉਹਦੇ ਵਿੱਚ ਦੁਬਾਰਾ ਜਾ ਕੇ ਫਿਰ ਕੋਈ ਸਾਰੀਆਂ ਚੀਜ਼ਾਂ ਲਿਖੇਗਾ। ਹੋ ਵੀ ਸਕਦਾ ਬਟ ਚਾਂਸਿਸ ਬਹੁਤ ਥੋੜੇ ਹੈ। ਅਸੀਂ ਡੀਮੋਰਲਾਈਜ਼ ਹੋ ਜਾਂਦੇ ਹਾਂ, ਅਸੀਂ ਨਿਰਾਸ਼ ਹੋ ਜਾਂਦੇ ਹਾਂ। ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਕਾਰਨ ਤੱਕ ਤਾਂ ਅਸੀਂ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਜਿਸ ਕੋਰਸ ਵਾਸਤੇ ਤੁਸੀਂ ਦਾਖਲਾ ਲਿਆ ਸੀ ਉਹ ਕੋਰਸ ਦੀ ਤਰੀਕ ਮੁੱਕ ਚੁੱਕੀ ਹੈ। ਅਸੀਂ ਕਿਸੇ ਜਗ੍ਹਾ ਤੇ ਕੋਈ ਪਾਠ ਰੱਖਦੇ ਹਾਂ, ਕੋਈ ਬਰਥਡੇ, ਕੋਈ ਸੈਲੀਬ੍ਰੇਸ਼ਨ ਰੱਖਦੇ ਹਾਂ, ਜਦੋਂ ਉਸ ਤਰੀਕ ਤੇ ਅਸੀਂ ਨਹੀਂ ਪਹੁੰਚਦੇ ਉਸ ਤੋਂ ਬਾਅਦ ਉਸ ਚੀਜ਼ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਪਟਾਕੇ ਦੀਵਾਲੀ ਤੇ ਚਲਾਣੇ ਆ, ਹੋਲੀ ਦੇ ਰੰਗ ਹੋਲੀ ਵਾਲੇ ਦਿਨ ਸੁੱਟਣੇ ਇੱਕ ਦੂਜੇ ਤੇ। ਜਿਸ ਦਿਨ ਤੁਹਾਡਾ ਜਨਮ ਦਿਨ ਹੈਗਾ ਉਸੇ ਦਿਨ ਤੁਹਾਨੂੰ ਜਨਮ ਮਨਾਉਣਾ ਪੈਣਾ ਵਾ। ਉਸੇ ਦਿਨ ਪਾਰਟੀ ਕਰ ਸਕਦੇ ਹੋ, 15-20 ਦਿਨ ਮਹੀਨੇ ਬਾਅਦ ਪਾਰਟੀ ਨਹੀਂ ਕਰ ਸਕਦੇ। ਆਪਦੇ ਲੌਜੀਕ ਹੈ। ਬਹੁਤ ਸਾਰੇ ਲੋਕ ਕਹਿਣਗੇ ਨਹੀਂ ਇਦਾਂ ਨਹੀਂ ਹੁੰਦਾ, ਵਿਨੇ ਹਰੀ ਤਾਂ ਗੁੰਮਰਾਹ ਕਰਦਾ ਪਿਆ ਲੋਕਾਂ ਨੂੰ। ਇਹ ਮੇਰਾ ਆਪਦਾ ਨਿੱਜੀ ਤਜਰਬਾ ਹੈ। ਅੱਜ ਹਰ ਕਿਸੇ ਦਾ ਵੀਜ਼ਾ ਰਿਫਿਊਜ਼ ਕਿਉਂ ਹੋ ਰਿਹਾ ਪਤਾ ਤੁਹਾਨੂੰ? ਅੱਜ ਵੀਜ਼ਾ ਕਿਹਨੂੰ ਮਿਲਦਾ ਪਿਆ ਵਾ? ਜਿਹਦਾ ਇਨਟੇਕ ਵੈਲਿਡ ਹੈ। ਜਿਹਦਾ ਇਨਟੇਕ ਮੁੱਕ ਗਿਆ ਉਹਦਾ ਵੀਜ਼ਾ ਤੇ ਰਿਫਿਊਜ਼ ਹੋ ਰਿਹਾ। ਨਹੀਂ ਤਰਕ ਕਰਾਂਗੇ, ਹਾਂਜੀ ਨਹੀਂ ਆ ਰਹੇ ਆ ਜੀ 4.5 ਵੀਜ਼ੇ ਆਏ। ਮੇਰੇ ਕੋਲ ਵੀ 2-4 ਲੋਕਾਂ ਦੇ ਵੀਜ਼ੇ ਆਏ ਆ ਜਿਨ੍ਹਾਂ ਦੀਆਂ ਪੁਰਾਣੀਆਂ ਫਾਈਲਾਂ ਲੱਗੀਆਂ ਹੋਈਆਂ, ਬਟ ਜੇ ਮੇਰੇ ਕੋਲ 4 ਆਏ ਆ ਤਾਂ ਮੇਰੇ ਕੋਲ 40 ਰਿਫਿਊਜ਼ ਵੀ ਹੋਏ ਆ। ਸਮਝਣ ਦੀ ਕੋਸ਼ਿਸ਼ ਕਰੋ। ਅੱਜ ਵੀਜ਼ਾ ਰਿਫਿਊਜ਼ ਹੋਣ ਦਾ ਸਭ ਤੋਂ ਪਹਿਲਾ ਰੀਜ਼ਨ ਇਹ ਹੈਗੀ ਆ ਕਿ ਤੁਹਾਡਾ ਜਿਹੜਾ ਕੋਰਸ ਸੀਗਾ, ਇਨਟੇਕ ਸੀਗਾ, ਉਹ ਲੰਘ ਚੁੱਕਾ। ਤੁਸੀਂ ਅੱਜ ਫਾਈਲ ਜਮ੍ਹਾਂ ਕਰਾਣੀ ਹੈ। ਅੱਜ ਅੰਬੈਸੀ ਦੀ ਵੈਬਸਾਈਟ ਤੇ ਜਾ ਕੇ ਲਿਖੋ, ਗੂਗਲ 'ਚ ਲਿਖੋ ਕੈਨੇਡਾ ਵੀਜ਼ਾ ਪ੍ਰੋਸੈਸਿੰਗ ਟਾਈਮ। ਤੁਹਾਨੂੰ ਇੱਕ ਲਿੰਕ ਖੁੱਲੇਗਾ ਪ੍ਰੋਸੈਸਿੰਗ ਟਾਈਮ ਦਾ। ਉਹ ਪ੍ਰੋਸੈਸਿੰਗ ਟਾਈਮ 'ਚ ਦੇਖੋ ਅੱਜ ਸਟੂਡੈਂਟ ਵੀਜ਼ਾ ਦੀ ਪ੍ਰੋਸੈਸਿੰਗ ਟਾਈਮ ਕਿੰਨੀ ਹੈ। ਅੱਜ ਪ੍ਰੋਸੈਸਿੰਗ ਟਾਈਮ 12 ਵੀਕ ਲਿਖਿਆ ਗਿਆ ਵਾ। 12 ਵੀਕ ਦਾ ਮਤਲਬ ਹੈ 3 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਅੱਜ ਦੀ ਡੇਟ 'ਚ ਸਟੂਡੈਂਟ ਵੀਜ਼ਾ ਦਾ। ਤੁਸੀਂ ਅੱਜ 18-19 ਮਾਰਚ 20 ਮਾਰਚ ਨੂੰ ਕੇਸ ਅਪਲਾਈ ਕਰਦੇ ਪਏ ਹੋ, ਤੁਹਾਡੇ 3 ਮਹੀਨਿਆਂ ਬਾਅਦ ਤੁਹਾਡਾ ਇਨਟੇਕ ਨਹੀਂ ਹੈਗਾ ਕਿਉਂਕਿ ਮਈ ਇਨਟੇਕ ਨਿਕਲ ਜਾਣਾ। ਜਦ ਤੱਕ ਕਿੱਦਾਂ ਵੀਜ਼ਾ ਮਿਲੂਗਾ? ਫਿਰ ਅਸੀਂ ਡੈਫਰ ਪਾਈ ਜਾਵਾਂਗੇ। ਫਿਰ ਅਸੀਂ ਕਹਾਂਗੇ ਏਜੰਟ ਮਾੜਾ, ਕੋਰਸ ਮਾੜਾ। ਅੰਬੈਸੀ ਕਹਿੰਦੀ ਤੁਸੀਂ ਵਾਪਸ ਨਹੀਂ ਆਣਾ। ਉਹ ਤੁਹਾਨੂੰ ਹੋਰ ਕੀ ਲਿਖ ਕੇ ਦੇਣ ਕਿਉਂਕਿ ਕੋਰਸ ਤੁਹਾਡਾ ਲੰਘ ਚੁੱਕਾ ਹੈ।
ਅੱਜ ਤੁਸੀਂ ਕੈਨੇਡਾ ਐਮਬੈਸੀ 'ਚ ਵੀਜ਼ਾ ਅਪਲਾਈ ਕਰਨਾ, ਸਤੰਬਰ ਇਨਟੇਕ ਅਪਲਾਈ ਕਰਨਾ ਹੈ। ਤੁਸੀਂ ਸਤੰਬਰ ਇਨਟੇਕ ਅਪਲਾਈ ਕਰੋ, ਹੋ ਸਕਦਾ ਤੁਹਾਨੂੰ ਮਈ 'ਚ ਵੀਜ਼ਾ ਮਿਲ ਜੇ। ਮਈ 'ਚ ਵੀਜ਼ਾ ਆ ਜਾਂਦਾ, ਤੁਸੀਂ ਆਪਦੇ ਕਾਲਜ ਨੂੰ ਇਨਫੋਰਮ ਕਰਕੇ ਤੁਸੀਂ ਡੈਫਰ ਨੂੰ ਪਹਿਲਾਂ ਕਰਾ ਕੇ ਤੁਸੀਂ ਮਈ ਇਨਟੇਕ 'ਚ ਚਲੇ ਜਾਓ। ਤੁਹਾਨੂੰ ਪਤਾ ਅੱਜ 3 ਮਹੀਨੇ ਲੱਗਦੇ ਪਏ ਆ ਪ੍ਰੋਸੈਸਿੰਗ ਟਾਈਮ ਨੂੰ। ਜੇ ਅੱਜ ਦੀ ਤਰੀਕ ਤੋਂ ਤੁਸੀਂ 3 ਮਹੀਨੇ ਦਾ ਟਾਈਮ ਕੈਲਕੂਲੇਟ ਕਰਦੇ ਹੋ ਮਈ ਇਨਟੇਕ ਦਾ, ਤਾਂ ਮਈ ਇਨਟੇਕ ਤਾਂ ਜਦ ਤੱਕ ਨਿਕਲ ਚੁੱਕਾ ਹੋਏਗਾ, ਫਿਰ ਤੁਸੀਂ ਕਦੋਂ ਪਾਸਪੋਰਟ ਤੇ ਵੀਜ਼ਾ ਲਵਾਓਗੇ, ਤਾਂ ਕਦੋਂ ਤੁਸੀਂ ਟਰੈਵਲ ਕਰੋਗੇ। ਅੱਜ ਸਭ ਤੋਂ ਵੱਡਾ ਜਿਹੜਾ ਵੀਜ਼ਾ ਰਿਫਿਊਜ਼ਲ ਦਾ ਰੀਜ਼ਨ ਹੈ ਉਹ ਇਹ ਹੈ ਕਿ ਤੁਹਾਡੇ ਫਾਈਲ ਦੇ ਵਿੱਚ ਜਿਹੜੀ ਐਡਮਿਸ਼ਨ ਦੀ ਲੈਟਰ ਲੱਗੀ ਹੈ ਉਹਦੀ ਤਰੀਕ ਲੰਘ ਚੁੱਕੀ ਹੈ। ਜਦੋਂ ਅਸੀਂ ਕਿਸੇ ਨੂੰ ਸਮਝਾਉਂਦੇ ਹਾਂ ਉਹਨੂੰ ਨਹੀਂ ਸਮਝ ਲੱਗਦੀ। ਤੁਹਾਡਾ ਕੋਈ ਵੀ ਸਵਾਲ ਹੈ ਇਹਦੇ ਨਾਲ ਸੰਬੰਧਿਤ, ਤੁਸੀਂ ਮੈਨੂੰ ਕਾਲ ਕਰੋ, ਅਸੀਂ ਲੈਣ ਨੂੰ, ਮੈਂ ਕਾਲ ਲੈਣ ਨੂੰ ਤਿਆਰ ਹਾਂ। ਮੈਂ ਤੁਹਾਡੇ ਪਿਛਲੇ 2-4 ਮਿੰਟ ਕਾਲਸ ਨਹੀਂ ਲਈਆਂ। ਮੇਰਾ ਕੰਸਰਨ ਸੀਗਾ ਤੁਹਾਨੂੰ ਕਲੀਅਰ ਕਰਾਂ ਕਿ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਰੀਜ਼ਨ ਕੀ ਹੈ। ਵੀਜ਼ਾ ਇਸ ਕਰਕੇ ਰਿਫਿਊਜ਼ ਹੋ ਰਿਹਾ ਕਿਉਂਕਿ ਤੁਹਾਡਾ ਕਾਲਜ, ਤੁਹਾਡਾ ਕੋਰਸ ਨਿਕਲ ਚੁੱਕਾ ਵਾ। 1 'ਚ 5.5 ਨੇ, 2 'ਚ 5.5 ਨੇ, 3 'ਚ 5.5 ਨੇ। ਵੀਜ਼ਾ ਮਿਲ ਜਾਣਾ ਜੇ ਤੁਸੀਂ ਸਹੀ ਢੰਗ ਦੇ ਨਾਲ ਅਪਲਾਈ ਕਰੋਗੇ। ਐਮਬੈਸੀ 'ਚ ਫਾਈਲ 2 ਤਰੀਕਿਆਂ ਨਾਲ ਜਾਂਦੀ ਹੈ। ਤੁਸੀਂ SDS 'ਚ ਫਾਈਲ ਲਗਾ ਸਕਦੇ ਹੋ, ਤੁਸੀਂ ਨੌਨ SDS 'ਚ ਫਾਈਲ ਲਗਾ ਸਕਦੇ ਹੋ। ਕੱਲ ਰਾਤ ਵੀ ਮੈਂ ਇੱਕ ਵੈਬੀਨਾਰ ਅਟੈਂਡ ਕਰਦਾ ਪਿਆ ਸੀਗਾ, ਤੁਸੀਂ ਸਾਰਿਆਂ ਨੇ ਅਟੈਂਡ ਕੀਤਾ ਹੋਏਗਾ। IRCC ਨੇ ਕੱਲ ਬੜੇ ਡਿਟੇਲ ਦੇ ਵਿੱਚ ਅੱਧਾ ਘੰਟਾ ਲਾ ਕੇ ਅੰਗਰੇਜ਼ੀ ਦੇ ਵਿੱਚ ਵੀ ਇਨਫੋਰਮੇਸ਼ਨ ਦਿੱਤੀ, ਪੰਜਾਬੀ ਦੇ ਵਿੱਚ ਵੀ, ਹਿੰਦੀ ਦੇ ਵਿੱਚ ਵੀ ਇਨਫੋਰਮੇਸ਼ਨ ਦਿੱਤੀ ਕਿ ਅੱਜ ਵੀਜ਼ਾ ਪ੍ਰੋਸੈਸਿੰਗ ਦਾ ਕੀ ਹਾਲ ਚੱਲਦਾ ਪਿਆ। ਜਦੋਂ ਅਸੀਂ ਉਹ ਵੈਬੀਨਾਰ ਵੀ ਦੇਖਦੇ ਸੀ, ਉਹਦੇ ਵਿੱਚ ਵੀ ਲੋਕ ਬਾਰ-ਬਾਰ ਗਾਲਾਂ ਲਿਖੀ ਜਾਂਦੇ ਪਏ ਸੀਗੇ ਕਿ ਕਿਊਬਿਕ ਦੇ ਕਾਲਜਾਂ ਦਾ ਕਿਉਂ ਨਹੀਂ ਕੁਝ ਹੋ ਰਿਹਾ, ਕਿਊਬਿਕ ਦੇ 10 ਕਾਲਜਾਂ ਦਾ ਡਿਸੀਜਨ ਕਿਉਂ ਨਹੀਂ ਆ ਰਿਹਾ। ਇਹ ਤੁਹਾਨੂੰ ਨਹੀਂ ਏਜੰਟ ਦੱਸਦੇ, ਮੈਂ ਆਪਣੇ ਅੱਖੀ ਰਿਜ਼ਲਟ ਦੇਖ ਚੁੱਕਾ ਵਾਂ। ਕਿਊਬਿਕ ਦੇ ਉਹਨਾਂ 10 ਕਾਲਜਾਂ ਦੇ ਵੀਜ਼ੇ ਆ ਰਹੇ ਅੱਜ। ਜੇ ਪ੍ਰੋਸੈਸਿੰਗ ਐਮਬੈਸੀ ਕਰਦੀ ਪਈ ਆ, ਉਹਦੇ 'ਚ ਜਿਹੜੇ ਚੰਗੇ ਕਾਲਜ ਸੀਗੇ ਉਹਨਾਂ ਦੇ ਵੀਜ਼ੇ ਆ ਰਹੇ ਆ, ਮਾੜੇ ਕਾਲਜਾਂ ਦੇ ਵੀਜ਼ੇ ਰਿਫਿਊਜ਼ ਹੋ ਰਹੇ ਆ। ਹੁਣ ਪ੍ਰੋਸੈਸਿੰਗ ਕਿਉਂ ਨਹੀਂ ਹੋ ਰਹੀ? ਹਾਂਜੀ, ਸਤਿ ਸ਼੍ਰੀ ਅਕਾਲ। ਬੱਚਾ ਇਹ ਜਾਣਨਾ ਚਾਹੁੰਦਾ ਹੈ ਕਿ ਜਿਹੜੇ ਕਿਊਬਿਕ ਦੇ 10 ਕਾਲਜ ਸਸਪੈਂਡ ਹੋਏ ਸੀ ਉਹਨਾਂ ਦੀ ਪ੍ਰੋਸੈਸਿੰਗ ਕਿਉਂ ਨਹੀਂ ਹੋ ਰਹੀ। ਉਹ ਭਾਈ ਤੁਹਾਡੀ ਡੇਟ ਲੰਘ ਚੁੱਕੀ ਹੈ। ਟਰਾਈ ਟੂ ਅੰਡਰਸਟੈਂਡ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਅੱਜ 8 ਮਹੀਨੇ ਹੋ ਗਏ ਤੁਹਾਨੂੰ ਫਾਈਲ ਲਾਈ ਨੂੰ। ਤੁਸੀਂ ਜਿਸ ਕਾਲਜ, ਜਿਸ ਕੋਰਸ ਦੇ ਵਿੱਚ ਫਾਈਲ ਲਾਈ ਸੀ ਉਹਦੀ ਡੇਟ ਜਾ ਚੁੱਕੀ ਹੈ। ਉਹ ਇੱਕ ਪਾਸਟ ਹੈ। ਫਿਊਚਰ ਲਈ ਅਪਲਾਈ ਕਰਨਾ, ਉਹਨੂੰ ਵਿਡਰਾ ਕਰਕੇ ਦੁਬਾਰਾ ਅਪਲਾਈ ਕਰ ਲਓ ਜਾਂ ਐਮਬੈਸੀ ਨੂੰ ਨਵੇਂ ਕਾਲਜ ਦੀ ਆਫਰ ਲੈਟਰ ਦੇ ਦਿਓ। ਪੁਰਾਣੀ ਫਾਈਲ ਦਾ ਤੁਸੀਂ ਡਿਸੀਜਨ ਦੇਖਦੇ ਪਏ ਹੋ ਜਿਹੜਾ ਕੋਰਸ ਲੰਘ ਚੁੱਕਾ ਵਾ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਬੋਲੋ ਜੀ, ਤੁਹਾਡੀ ਕਾਲ ਲੱਗ ਚੁੱਕੀ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ। ਕੀ ਨਾਮ ਹੈ ਜੀ ਤੁਹਾਡਾ? ਜੀ ਮੇਰਾ ਰਾਹੁਲ ਤੋਮਰ ਨਾਮ ਹੈਗਾ ਜੀ। ਹਾਂਜੀ ਰਾਹੁਲ, ਕੀ ਜਾਣਨਾ ਚਾਹੁੰਦੇ ਹੋ? ਸਰ ਮੈਂ ਸਟੱਡੀ ਦੇ ਰਿਲੇਟਡ ਗੱਲ ਕਰਨੀ ਸੀ ਸਰ। ਹਾਂਜੀ, ਕਿੰਨਾ ਪੜ੍ਹੇ ਜੀ ਰਾਹੁਲ ਤੁਸੀਂ? ਸਰ ਮੈਂ 2020 ਚ ਮੈਂ 12ਵੀਂ ਕੀਤੀ ਆਪਣੀ। ਕਿੰਨੇ ਨੰਬਰ ਨੇ ਤੁਹਾਡੇ? ਸਰ ਮੇਰੇ 65% ਨੇ। ਅੱਛਾ ਜੀ। ਕੀ ਆਰਟਸ ਨਾਲ ਕੀਤੀ ਸਰ। ਮੈਂ ਆਈਲੈਟਸ ਕੀਤੀ, ਮੇਰੇ 3 ਮੋਡਿਊਲ ਤੋਂ 6 ਬੈਂਡ ਹੈਗੇ ਨੇ। ਹਾਂਜੀ। ਔਰ ਇੱਕ ਚ ਸਰ 5.5 ਹੈਗੇ ਨੇ। ਅੱਛਾ ਜੀ, ਕਿੱਥੋਂ ਬੋਲਦੇ ਹੋ, ਕਿਹੜੀ ਜਗ੍ਹਾ ਤੋਂ? ਸਰ ਮੈਂ ਅੰਬਾਲੇ ਤੋਂ ਬੋਲ ਰਿਹਾ। ਅੰਬਾਲੇ ਤੋਂ ਬੋਲਦੇ ਹੋ। ਆਰਟਸ ਦੇ ਵਿੱਚ ਕੀ ਸਬਜੈਕਟ ਨੇ ਤੁਹਾਡੇ? ਸਰ ਮੇਰੇ ਹਿਸਟਰੀ, ਹਾਂਜੀ, ਪੋਲੀਟੀਕਲ ਸਾਇੰਸ, ਇਕਨੋਮਿਕਸ, ਇੰਗਲਿਸ਼ ਤੇ ਫਿਜ਼ੀਕਲ ਐਜੂਕੇਸ਼ਨ। ਇਕਨੋਮਿਕਸ ਦਾ ਫਿਜ਼ੀਕਲ ਐਜੂਕੇਸ਼ਨ। ਤੁਹਾਨੂੰ ਟੋਰਾਂਟੋ ਜਾਂ ਵੈਨਕੂਵਰ ਭੇਜ ਸਕਦੇ ਆ। ਸਤੰਬਰ ਇਨਟੇਕ ਲਈ ਜਾਓਗੇ। ਤੁਸੀਂ ਕੰਸਰਨ ਦੱਸੋ, ਕਿਸ ਚੀਜ਼ ਦਾ ਡਾਊਟ ਹੈ ਤੁਹਾਨੂੰ? ਸਰ ਮੈਂ ਕਿ ਮੈਨੂੰ ਆਈਲੈਟਸ ਰਿਪੀਟ ਕਰਨੀ ਚਾਹੀਦੀ ਕਿ ਨਹੀਂ, 5.5 ਬੈਂਡ ਚਾਹੀਦੇ ਆ। ਈਚ ਮੋਡਿਊਲ ਤੁਹਾਡੇ ਹੈਗੇ ਆ। ਇਹਨਾਂ ਬੈਂਡਾਂ ਤੇ ਤੁਹਾਨੂੰ ਐਡਮਿਸ਼ਨ ਮਿਲ ਜਾਏਗਾ। ਤੁਸੀਂ ਟੋਰਾਂਟੋ ਜਾਂ ਵੈਨਕੂਵਰ ਕਿਤੇ ਵੀ ਜਾ ਸਕਦੇ ਜੇ। ਓਕੇ ਸਰ, ਮੈਂ ਲਾ ਸਕਦਾ? ਹਾਂਜੀ, ਲੱਗ ਸਕਦੀ ਹੈ ਜੀ ਫਾਈਲ ਤੁਹਾਡੀ। ਓਕੇ ਸਰ ਜੀ, ਥੈਂਕ ਯੂ ਸਰ ਜੀ। ਧੰਨਵਾਦ ਜੀ। ਇਸੇ ਚੀਜ਼ ਨੂੰ ਲੈ ਕੇ ਬਹੁਤ ਸਾਰੇ ਵਹਿਮ ਹੈ ਬੱਚਿਆਂ ਨੂੰ। ਅੱਜ ਦੀ ਰਿਕੁਆਇਰਮੈਂਟ ਕਿੰਨੀ ਹੈ? ਅੱਜ ਕਿੰਨੀ ਵੀਜ਼ਾ ਆਫਿਸਰ, ਇੱਕ ਕਾਲਜ, ਇੱਕ ਯੂਨੀਵਰਸਿਟੀ ਕਿੰਨੇ ਆਇਲਸ ਮੰਗਦਾ? ਉਹ 6 ਬੈਂਡ ਆਇਲਸ ਦੇ ਮੰਗਦੇ ਆ, ਤੁਹਾਡੇ ਕੋਲੋਂ 5.5 ਬੈਂਡ ਈਚ ਮੰਗਦੇ ਆ। ਤੁਹਾਡੇ ਇੱਕ 'ਚ 5.5, 2 'ਚ 3 'ਚ ਨੇ। ਵੀਜ਼ਾ ਇਸ ਕਰਕੇ ਨਹੀਂ ਰਿਫਿਊਜ਼ ਹੋ ਰਿਹਾ, ਬੈਂਡ ਘੱਟ ਨੇ। ਵੀਜ਼ਾ ਰਿਫਿਊਜ਼ ਹੋਣ ਦੇ ਕਾਰਨ ਹੋਰ ਵੀ ਨੇ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ।
ਨਮਸਕਾਰ। ਨਮਸਕਾਰ ਜੀ, ਕੀ ਨਾਮ ਤੁਹਾਡਾ? ਨਾਮ ਜੀ ਵਿਪਿਨ ਹੈ ਜੀ, ਸੰਗਰੂਰ ਤੋਂ ਬੋਲ ਰਹੇ ਹਾਂ ਜੀ। ਹਾਂਜੀ, ਕੀ ਜਾਣਨਾ ਚਾਹੁੰਦੇ ਵਿਪਨ ਜੀ? ਵਿਪਨ ਜੀ, ਕੀ ਜਾਣਨਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ। हेलो। ਹਾਂਜੀ, ਕੀ ਨਾਮ ਤੁਹਾਡਾ? सनमुख भाटिया। संगम भाटिया। भाटिया जी, क्या जानना चाहते हैं? हाँ जी, मैं दिल्ली से बोल रहा हूँ। हाँ जी भाटिया जी, बताइए कितना पढ़े हुए हैं आप? मैंने मैंने 12th पास की थी सीबीएसई बोर्ड से। 81% मार्क्स आए हैं। Very कॉमर्स good। विद मैथ्स है। कॉमर्स विद मैथ है। अच्छा जी, क्या करना चाहते हैं? सब्जेक्ट्स मेरे थे इंग्लिश, अकाउंट्स, बिजनेस स्टडीज, इकोनॉमिक्स और मैथ्स। भाटिया जी, क्या करना चाहते हैं आप कनाडा में? हाँ जी, मैं कनाडा में बीबीए करना चाहता हूँ। बीबीए या बीकॉम दोनों में एडमिशन हो जाएगी। 4 साल का कोर्स होगा। आपको टोरंटो या वैंकूवर भेज पाएंगे जी। अच्छा अच्छा। एक्चुअली ना मैं 2020 में 12th पास की थी है हाँ जी। और 2020 में पास की थी, तो मैं मतलब अभी चंडीगढ़ यूनिवर्सिटी से पढ़ रहा हूँ, क्योंकि 1 साल वेस्ट ना होए मेरा। हाँ जी, हाँ पापा जी। ने अलाउ नहीं किया जाने के लिए। ठीक है जी। तो मैं अभी मेरा 1 ईयर खत्म हो जाएगा मई में। ओके जी, तो मेरे फर्स्ट सेमेस्टर में एग्रीगेट 84% मार्क्स आए हैं वेरी गुड बीबीए में, जी। और सेकंड सेमेस्टर में भी इतने आ जाएंगे आराम से। जी, तो मेरा ट्रांसफर हो सकता है फर्स्ट ईयर के बाद? देखिए, चंडीगढ़ यूनिवर्सिटी के ना बहुत सारे कॉलेजेस के साथ ऑलरेडी आर्टिकुलेशन एग्रीमेंट हो रखे हैं। हाँ जी हाँ जी। वो वहाँ पे आपको ट्रांसफर हो जाएगा। आपका जो सेकेंड ईयर होगा बीबीए का, उसमें एडमिशन मिलेगी सितंबर इनटेक में आपको। अच्छा अच्छा अच्छा। आप अपनी यूनिवर्सिटी से पूछिए कौन कौन से कॉलेज यूनिवर्सिटी के साथ उनकी आर्टिकुलेशन हो रखी है। हाँ जी हाँ जी। जहाँ पे हो रखी है वहाँ एडमिशन अप्लाई करेंगे। बीबीए के सेकेंड ईयर में आपका एडमिशन होगा। अच्छा अच्छा। ट्रांसफर हो जाएगा ना? आराम से हो जाएगा जी। चंडीगढ़ यूनिवर्सिटी एक अच्छी यूनिवर्सिटी है, हाँ जी, उसके बेस पे आराम से हो जाता है हाँ जी। जी। थैंक यू सो मच। थैंक यू सर। एक बात पूछनी थी। हाँ जी, ये मैथ्स के नंबर देखते हैं क्या? मैथ्स के? देखिए, अगर आप ट्रांसफर कराएंगे फिर कोई प्रॉब्लम नहीं आएगी आपको। अच्छा, मैथ्स के नंबर एग्रीगेट परसेंटेज तो नहीं निकालेंगे ना मैथ्स? नहीं नहीं, अगर आप डायरेक्ट अप्लाई करेंगे बैचलर्स के लिए तो आपके मैथ देखे जाएंगे। अगर आप ट्रांसफर स्टूडेंट जाएंगे फिर कोई मैथ के कागज नहीं देखे जाएंगे। अच्छा ठीक है, थैंक यू सो मच। थैंक यू संगम। हर स्टूडेंट ਦੀ ਇੱਕ ਅਲੱਗ ਕੁਐਰੀ ਹੈ। ਹਰ ਸਟੂਡੈਂਟ ਦੇ ਮਨ ਦੇ ਵਿੱਚ ਇੱਕ ਵੱਖਰਾ ਡਾਊਟ ਹੈ। ਮੈਂ ਆ ਕਾਲ ਲੈ ਲਵਾਂ, ਉਹਦੇ ਤੋਂ ਬਾਅਦ ਮੈਂ ਅਗਲਾ ਇੱਕ ਟੌਪਿਕ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਹਦੇ ਬੇਸ ਦੇ ਉੱਤੇ ਤੁਸੀਂ 100% ਵੀਜ਼ੇ ਤੱਕ ਪਹੁੰਚ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਕੁਝ ਸਮੇਂ ਲਈ ਫੋਨ ਕਾਲਸ ਨਹੀਂ ਲਵਾਂਗਾ। ਅੱਜ ਬੱਚਾ 100% ਵੀਜ਼ਾ ਚਾਹੁੰਦਾ। ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵੀਜ਼ਾ ਰਿਫਿਊਜ਼ ਨਾ ਹੋਵੇ। ਕੀ ਲੱਗਦਾ ਫਾਈਲ ਦੇ ਵਿੱਚ? ਤੁਸੀਂ SDS 'ਚ ਫਾਈਲ ਲਗਾਣੀ ਹੈ, ਤੁਹਾਨੂੰ $10,000 GIC ਭੇਜਣਾ ਪਏਗਾ। 6 ਈਚ ਬੈਂਡ ਤੁਹਾਡੇ ਹੋਣੇ ਚਾਹੀਦੇ ਆ। ਪੜ੍ਹਾਈ ਛੱਡਿਆ ਤੁਹਾਨੂੰ 10 ਸਾਲ ਵੀ ਹੋ ਗਏ ਆ, ਫਿਰ ਵੀ ਮੈਂ ਵੀਜ਼ੇ ਦੀ ਜ਼ਿੰਮੇਵਾਰੀ ਲਵਾਂਗਾ। ਅੱਜ ਕੈਨੇਡੀਅਨ ਐਮਬੈਸੀ ਕੀ ਚਾਹੁੰਦੀ ਆ? ਉਹ ਚਾਹੁੰਦੇ ਆ ਤੁਸੀਂ ਇੱਕ 2 ਪੇਜ ਦੀ ਲੈਟਰ ਲਿਖ ਕੇ ਦਿਓ, ਜਿਹਨੂੰ ਮੋਟੀਵੇਸ਼ਨ ਲੈਟਰ ਕਹਿੰਦੇ ਆ। ਸਾਡੀ ਇੰਡਸਟਰੀ ਦੇ ਅਕੋਰਡਿੰਗਲੀ ਅਸੀਂ ਇਹਨੂੰ ਸਟੇਟਮੈਂਟ ਆਫ ਪਰਪਸ ਕਹਿੰਦੇ ਆ। ਇਹਨੂੰ ਆਸਟ੍ਰੇਲੀਆ ਦੇ ਵਿੱਚ GTE ਲੈਟਰ ਵੀ ਕਿਹਾ ਜਾਂਦਾ। ਇਹਨੂੰ ਅਮਰੀਕਾ ਦੇ ਵਿੱਚ ਐਸੇ ਵੀ ਕਿਹਾ ਜਾਂਦਾ ਵਾ। ਬਟ ਇਹਨੂੰ ਜੇ ਕੈਨੇਡੀਅਨ ਲੈਂਗੁਏਜ, ਕੈਨੇਡੀਅਨ ਵੀਜ਼ਾ ਆਫਿਸਰ ਦੇ ਹਿਸਾਬ ਨਾਲ ਵਰਡ ਰੱਖਾਂਗੇ ਤਾਂ ਇਸ ਲੈਟਰ ਦਾ ਨਾਮ ਹੋਏਗਾ ਮੋਟੀਵੇਸ਼ਨ ਲੈਟਰ। ਇੱਕ ਮੋਟੀਵੇਸ਼ਨ ਲੈਟਰ ਲਿਖਣਾ ਤੁਸੀਂ ਐਮਬੈਸੀ ਨੂੰ। ਇੱਕ ਵੀਜ਼ਾ ਆਫਿਸਰ ਨੂੰ ਇੱਕ ਚਿੱਠੀ ਲਿਖਣੀ ਹੈ ਜਿਹਦੇ ਬੇਸ ਤੇ ਤੁਹਾਡਾ ਵੀਜ਼ਾ 100% ਆਏਗਾ। ਮੈਂ ਵਿਨੇ ਹਰੀ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਾਂ ਕਿ ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ, ਆਈ ਵਿਲ ਬੀ ਰਿਸਪੌਂਸਿਬਲ। ਜੇਕਰ ਤੁਸੀਂ ਇਹ ਸਾਰੀਆਂ ਚੀਜ਼ਾਂ ਲਾਉਂਦੇ ਹੋ, ਤੁਹਾਡਾ ਵੀਜ਼ਾ ਕਦੀ ਵੀ ਰਿਫਿਊਜ਼ ਨਹੀਂ ਹੋਏਗਾ। ਕੀ ਚਾਹੀਦਾ ਵਾ ਫਾਈਲ ਦੇ ਵਿੱਚ? ਚੰਗੀ ਤਰ੍ਹਾਂ ਮੇਰੀ ਗੱਲ ਸੁਣਿਓ। ਤੁਹਾਡੇ 6 ਬੈਂਡ ਈਚ ਹੈਗੇ ਆ। ਤੁਹਾਡੀ ਫਾਈਲ SDS 'ਚ ਲੱਗਣੀ ਹੈ।
ਤੁਸੀਂ $10,000 GIC ਲੈਣਾ ਹੈ, ਤੁਹਾਡੀ ਸਾਲ ਦੀ ਫੀਸ ਪੇ ਹੈ, ਇੱਥੇ ਤੱਕ ਆ ਕੇ ਐਮਬੈਸੀ ਦੇ ਜੋ ਕਾਗਜ਼ ਚਾਹੀਦੇ ਉਹ ਪੂਰੇ ਹੋ ਜਾਂਦੇ ਆ। ਮੈਡੀਕਲ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ। ਹੁਣ ਤੁਸੀਂ ਮੋਟੀਵੇਸ਼ਨ ਲੈਟਰ ਬਣਾਣੀ ਹੈ। ਮੋਟੀਵੇਸ਼ਨ ਲੈਟਰ ਦੇ 3 ਪੈਰੇ ਬਣਾਣੇ ਆ। ਤੁਸੀਂ ਪਹਿਲੇ ਪੈਰਾਗ੍ਰਾਫ 'ਚ ਤੁਸੀਂ ਲਿਖਣਾ ਵਾ ਆਪਦੀ ਪੜ੍ਹਾਈ ਬਾਰੇ, ਤੁਸੀਂ ਇੰਡੀਆ ਦੇ ਵਿੱਚ ਕੀ ਪੜ੍ਹੇ ਹੋ, ਤੁਹਾਡੀ ਪੜ੍ਹਾਈ 'ਚ ਗੈਪ ਕਿੰਨਾ ਵਾ, ਤੁਹਾਡੇ ਆਇਲਸ ਦੇ ਵਿੱਚ ਕਿੰਨੇ ਬੈਂਡ ਹੈ, ਤੁਹਾਡੇ ਮਾਤਾ ਪਿਤਾ ਕੀ ਕੰਮ ਕਰਦੇ ਆ, ਤੁਹਾਡੇ ਪਰਿਵਾਰ 'ਚ ਕਿੰਨੇ ਜਣੇ ਆ। ਆਪ ਦੀ ਇੱਕ ਇੰਟਰੋਡਕਸ਼ਨ ਦੇਣੀ ਹੈ, ਇੱਕ ਪੈਰਾਗ੍ਰਾਫ 'ਚ ਦੇਣੀ ਹੈ। ਇਹ ਨਹੀਂ ਲਿਖੀ ਜਾਣਾ ਕਿ ਮੈਂ ਫਲਾਣੇ ਸਕੂਲ 'ਚ ਪੜ੍ਹਿਆ ਤੇ ਫਲਾਣੀ ਯੂਨੀਵਰਸਿਟੀ 'ਚ ਪੜ੍ਹਿਆ ਤੇ ਫਲਾਣੇ ਕਾਲਜ 'ਚ ਪੜ੍ਹਿਆ, ਇੰਨੀ ਮੇਰੀ ਪਰਸੈਂਟੇਜ ਆਈ, ਮੇਰੀ ਹੌਬੀ ਸਾਈਕਲ ਚਲਾਉਣਾ ਵਾ, ਮੈਂ ਘੁੰਮਦਾ ਫਿਰਦਾ ਵਾਂ, ਟਰੈਵਲ। ਕੁਝ ਨਹੀਂ ਚਾਹੀਦਾ ਕੈਨੇਡੀਅਨ ਵੀਜ਼ਾ ਆਫਿਸਰ ਨੂੰ। 4 ਲਾਈਨਾਂ ਦੇ ਵਿੱਚ ਆਪ ਦੀ ਇੰਟਰੋਡਕਸ਼ਨ ਲਿਖਣੀ ਹੈ ਪਹਿਲੇ ਪੈਰੇ 'ਚ। ਦੂਸਰੇ ਪੈਰੇ 'ਚ ਲਿਖਣਾ ਤੁਸੀਂ ਕਿਹੜੇ ਕਾਲਜ ਦੇ ਵਿੱਚ ਪੜ੍ਹਨ ਚੱਲੇ ਹੋ ਔਰ ਇਹ ਕੋਰਸ ਤੁਸੀਂ ਕਿਉਂ ਲਿਆ ਵਾ। ਤੁਸੀਂ ਕੈਨੇਡਾ ਦੇ ਕਿਹੜੇ ਕਾਲਜ 'ਚ ਪੜ੍ਹਨ ਚੱਲੇ ਹੋ ਔਰ ਇਹ ਕੋਰਸ ਤੁਸੀਂ ਕਿਉਂ ਲਿਆ ਵਾ, ਇਹਦੇ ਬਾਰੇ ਜਾਣਕਾਰੀ ਦੇਣੀ ਹੈ। ਕਿਸੇ ਏਜੰਟ ਦੇ ਮਗਰ ਨਹੀਂ ਲੱਗਣਾ ਕਿ ਤੂੰ ਇੰਟਰਨੈਟ ਤੋਂ ਕਾਪੀ ਨਹੀਂ ਕਰਨਾ। ਆਪ ਦੇ ਦਿਮਾਗ ਨਾਲ ਸੋਚਣਾ ਹੈ ਤੁਸੀਂ ਕੈਨੇਡਾ ਦੇ ਵਿੱਚ ਹੋਟਲ ਮੈਨੇਜਮੈਂਟ ਦਾ ਕੋਰਸ ਲਿਆ ਤਾਂ ਕਿਉਂ ਲਿਆ। ਆਪ ਦੇ ਕਾਲਜ ਦੀ ਵੈਬਸਾਈਟ ਤੇ ਜਾ ਕੇ ਉਸ ਕੋਰਸ ਦੇ ਕੰਟੈਂਟ ਪੜ੍ਹਨੇ, ਇਹਦੇ 'ਚ ਕੀ ਪੜ੍ਹਾਇਆ ਜਾਏਗਾ। ਤੁਸੀਂ ਇੱਕ ਪੈਰਾਗ੍ਰਾਫ 'ਚ ਲਿਖਣਾ ਵਾ ਕਿ ਤੁਸੀਂ ਕੈਨੇਡਾ ਜਾਣ ਲਈ ਇਹ ਕੋਰਸ ਕਿਉਂ ਲਿਆ ਵਾ, ਇਸ ਕੋਰਸ ਦਾ ਤੁਹਾਨੂੰ ਕੀ ਬੈਨੀਫਿਟ ਹੋਏਗਾ। ਤੀਸਰੇ ਪੈਰਾਗ੍ਰਾਫ 'ਚ ਤੁਸੀਂ ਲਿਖੋਗੇ ਤੁਹਾਡੀ ਪੜ੍ਹਾਈ ਤੇ ਜਿਹੜੇ ਖਰਚਾ ਹੋ ਰਿਹਾ ਇਹ ਕਿੱਥੋਂ ਆਏਗਾ, ਤੁਹਾਡੇ ਮਾਪੇ ਕੀ ਕੰਮ ਕਰਦੇ ਨੇ ਔਰ ਤੁਸੀਂ ਜਸਟੀਫਾਈਡ ਕੀ ਕਰਦੇ ਹੋ ਵੀ ਤੁਸੀਂ ਪੜ੍ਹਾਈ ਤੋਂ ਬਾਅਦ ਕੀ ਕਰੋਗੇ। ਇਹ 3 ਪੈਰਾਗ੍ਰਾਫ ਬਣਾ ਕੇ ਤੁਸੀਂ ਆਪ ਬਣਾਣੇ ਆ। ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦੇਣੀ, ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਕਿਸੇ ਕੋ ਲੈ ਕੇ ਇਹਦੇ 'ਚ ਝੂਠੀ ਇਨਫੋਰਮੇਸ਼ਨ ਪਾਣੀ ਨਹੀਂ। 3 ਪੈਰਾਗ੍ਰਾਫ ਬਣਾਣੇ, ਆਪਣੀ ਇੰਟਰੋਡਕਸ਼ਨ ਦੇਣੀ ਹੈ, ਆਪਣੇ ਕਾਲਜ ਕੋਰਸ ਬਾਰੇ ਲਿਖਣਾ, ਇਹ ਲਿਖਣਾ ਵੀ ਤੁਸੀਂ ਕਿਉਂ ਵਾਪਸ ਆਓਗੇ। ਇਹ 3 ਤੁਸੀਂ ਚੀਜ਼ਾਂ ਮੋਟੀਵੇਸ਼ਨ ਲੈਟਰ ਦੇ ਵਿੱਚ ਬਣਾ ਕੇ ਜਦੋਂ ਜਮ੍ਹਾਂ ਕਰਾਣੀਆਂ 6E 'ਚ ਤੁਹਾਡੇ ਬੈਂਡ ਹੋਣੇ ਆ, ਤੁਹਾਡਾ ਵੀਜ਼ਾ 100% ਲੱਗਣਾ। ਤੁਹਾਡਾ ਵੀਜ਼ਾ ਰਿਫਿਊਜ਼ ਕਿਉਂ ਹੁੰਦਾ ਪਿਆ ਵਾ, ਤੁਸੀਂ 2 ਸਾਲ ਦਾ ਡਿਪਲੋਮੇ ਦਾ ਨਕਲੀ ਸਰਟੀਫਿਕੇਟ ਬਣਾ ਕੇ ਆਪਣੀ ਫਾਈਲ 'ਚ ਲਾਤਾ। ਤੁਸੀਂ SOP ਆਪ ਲਿਖੀ ਨਹੀਂ। ਤੁਹਾਨੂੰ ਵੀਜ਼ਾ ਅਫਸਰ ਪੁੱਛਦਾ ਵਾ ਕਿ ਤੁਸੀਂ ਭਾਈ ਵਾਪਸ ਕਿਉਂ ਆਉਣਾ ਚਾਹੁੰਦੇ ਜੇ, ਤੁਸੀਂ ਕਹਿਣਾ ਜੀ ਮੇਰੀ ਐਪਲੀਕੇਸ਼ਨ ਰਿਫਿਊਜ਼ ਹੋ ਗਈ, ਮੈਨੂੰ ਉਹਨਾਂ ਨੇ ਲਿਖਿਆ ਤੂੰ ਵਾਪਸ ਨਹੀਂ ਆਣਾ। ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਤੁਸੀਂ ਵਾਪਸ ਆਣਾ ਜਾਂ ਨਹੀਂ ਆਣਾ। ਤੁਸੀਂ ਆਪ ਦੀ ਮੋਟੀਵੇਸ਼ਨ ਲੈਟਰ SOP ਦੇ ਵਿੱਚ ਲਿਖਿਆ ਕਿ ਤੁਸੀਂ ਵਾਪਸ ਕਿਉਂ ਆਓਗੇ। ਕਿੱਦਾਂ ਅਸੀਂ ਜਸਟੀਫਾਈਡ ਕਰ ਸਕਦੇ ਹਾਂ ਕਿ ਅਸੀਂ ਵਾਪਸ ਆਵਾਂਗੇ। ਜੇਕਰ ਤੁਸੀਂ ਇੱਕ ਜੈਨੂਅਨ ਸਟੂਡੈਂਟ ਹੈਗੇ ਹੋ, ਤੁਸੀਂ ਵਾਪਸ ਆਓਗੇ। ਤੁਹਾਡਾ ਘਰ-ਬਾਰ ਇੰਡੀਆ 'ਚ ਹੈ, ਤੁਹਾਡੀ ਦੁਕਾਨ ਇੰਡੀਆ 'ਚ ਹੈ, ਤੁਹਾਡੇ ਮਾਪੇ ਇੰਡੀਆ 'ਚ ਰਹਿੰਦੇ ਨੇ, ਤੁਸੀਂ ਇੱਕ ਜੁਆਇੰਟ ਫੈਮਿਲੀ 'ਚ ਰਹਿੰਦੇ ਹੋ, ਤੁਹਾਡਾ ਕਾਰੋਬਾਰ, ਤੁਹਾਡੇ ਪੈਸੇ, ਤੁਹਾਡੀ ਸੇਵਿੰਗ, ਹਰ ਚੀਜ਼ ਇੰਡੀਆ ਦੇ ਵਿੱਚ ਹੈ। ਤੁਸੀਂ ਕਮਿਊਨਿਟੀ ਦੇ ਵਿੱਚ ਰਹਿੰਦੇ ਹੋ, ਤੁਸੀਂ ਕਿਸੇ ਸੁਸਾਇਟੀ ਦੇ ਮੈਂਬਰ ਹੋ, ਤੁਸੀਂ ਕਿਸੇ ਧਾਰਮਿਕ ਸੰਸਥਾ ਦੇ ਮੈਂਬਰ ਹੈਗੇ ਹੋ, ਤੁਸੀਂ ਕੋਈ ਸੋਸ਼ਲ ਵਰਕ ਕਰਦੇ ਹੋ ਜਿਹਦੇ ਕਰਕੇ ਤੁਸੀਂ ਸਮਾਜ ਦੇ ਨਾਲ ਜੁੜੇ ਹੋਏ ਹੋ। ਜਦੋਂ ਤੁਸੀਂ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ, ਤੁਸੀਂ ਮਾਂ-ਬਾਪ ਦੇ ਇਕੱਲੇ ਬੱਚੇ ਹੋ, ਤੁਸੀਂ ਪਰਿਵਾਰ ਦੇ ਨਾਲ ਇੱਥੇ ਰਹਿੰਦੇ ਹੋ, ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਕੋਈ ਮੈਡੀਕਲ ਦੀ ਦਿੱਕਤ ਹੈ, ਤੁਸੀਂ ਉਹਦੇ ਦਵਾ ਦਾਰੂ ਵਾਸਤੇ ਜਾਂਦੇ ਹੋ। ਇਹਨਾਂ ਸਾਰੀਆਂ ਚੀਜ਼ਾਂ ਨਾਲ ਇਹ ਚੀਜ਼ ਕਲੀਅਰ ਹੁੰਦੀ ਆ ਕਿ ਤੁਸੀਂ ਪੜ੍ਹਾਈ ਤੋਂ ਬਾਅਦ ਵਾਪਸ ਆਓਗੇ। ਤੁਸੀਂ ਕਦੇ ਨਹੀਂ ਐਪਲੀਕੇਸ਼ਨ 'ਚ ਲਿਖਣਾ ਕਿ ਮੇਰੇ 10 ਯਾਰ ਉੱਥੇ ਨੇ, ਮੇਰੇ 4 ਰਿਸ਼ਤੇਦਾਰ ਉੱਥੇ ਪੱਕੇ ਨੇ। ਜਦੋਂ ਤੱਕ ਤੁਹਾਡਾ ਕੋਈ ਆਪ ਦਾ ਸਕਾ ਬਲੱਡ ਰਿਲੇਸ਼ਨ 'ਚ ਤੁਹਾਡਾ ਰੀਅਲ ਬ੍ਰਦਰ ਸਿਸਟਰ ਕੈਨੇਡਾ ਦੇ ਵਿੱਚ ਨਹੀਂ ਹੈਗਾ, ਤੁਸੀਂ ਆਪਣੀ ਐਪਲੀਕੇਸ਼ਨ 'ਚ ਕੁਝ ਨਹੀਂ ਲਿਖਣਾ। ਤੁਸੀਂ ਕਲੀਅਰ ਲਿਖਣਾ ਕਿ ਮੈਂ ਕੈਨੇਡਾ 'ਚ ਕਿਸੇ ਨੂੰ ਨਹੀਂ ਜਾਣਦਾ, ਮੇਰਾ ਕੈਨੇਡਾ 'ਚ ਕੋਈ ਜਾਣਕਾਰ ਨਹੀਂ ਹੈਗਾ, ਮੇਰੀ ਕੈਨੇਡਾ ਦੇ ਵਿੱਚ ਕੋਈ ਵੀ ਫੈਮਿਲੀ ਟਾਈਜ਼ ਨਹੀਂ ਹੈਗੀਆਂ, ਮੇਰੀਆਂ ਸਾਰੀਆਂ ਫੈਮਿਲੀ ਟਾਈਜ਼ ਇੰਡੀਆ ਦੇ ਵਿੱਚ ਹੈ, ਇਸ ਕਰਕੇ ਮੈਂ ਵਾਪਸ ਆਵਾਂਗਾ। ਜਦੋਂ ਤੱਕ ਤੁਸੀਂ ਇਹ ਪੁਆਇੰਟ ਕਲੀਅਰ ਨਹੀਂ ਕਰਦੇ, ਉਹਨਾਂ ਨੇ ਵੀਜ਼ਾ ਨਹੀਂ ਦੇਣਾ ਤੁਹਾਨੂੰ। ਅਸੀਂ ਹਰ ਰੋਜ਼ ਰਿਫਿਊਜ਼ਲ ਵਾਲੇ ਕੇਸਾਂ ਨੂੰ ਡੀਲ ਕਰਦੇ ਹਾਂ। ਬੜਾ ਸੌਖਾ ਵਾ ਸਾਡੇ ਵਾਸਤੇ ਤੁਹਾਨੂੰ ਗਾਈਡ ਕਰਨਾ।
ਸਭ ਤੋਂ ਪਹਿਲਾਂ ਇਹ ਚੀਜ਼ ਲੱਭਣੀ ਪੈਂਦੀ ਹੈ ਕਿ ਵੀਜ਼ਾ ਰਿਫਿਊਜ਼ ਕਿਉਂ ਹੋਇਆ। ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਨਾ, ਮੇਰੇ ਕੋਲ ਆਓ, 10 ਜਣਿਆਂ ਕੋਲ ਹੋਰ ਜਾਓ, ਐਜੂਕੇਟ ਕਰੋ ਆਪਣੇ ਆਪ ਨੂੰ। ਸਭ ਤੋਂ ਪਹਿਲਾਂ ਇਸ ਚੀਜ਼ ਦੀ ਪੜਤਾਲ ਕਰੋ ਕਿ ਤੁਹਾਡਾ ਵੀਜ਼ਾ ਰਿਫਿਊਜ਼ ਕਿਉਂ ਹੋਇਆ ਵਾ। ਜੇਕਰ ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਵੀਜ਼ਾ ਕਿਉਂ ਰਿਫਿਊਜ਼ ਹੋਇਆ, ਫਿਰ ਘਰ ਬਹਿ ਜਾਓ ਟਿਕ ਕੇ, ਤੁਹਾਨੂੰ ਵੀਜ਼ਾ ਅਪਲਾਈ ਕਰਨ ਦਾ ਕੋਈ ਹੱਕ ਨਹੀਂ ਹੈਗਾ। ਤੁਹਾਨੂੰ ਬੁਖਾਰ ਚੜ੍ਹਦਾ ਨਾ, ਥਰਮਾਮੀਟਰ ਨਾਲ ਨਾਪਦੇ ਹੋ ਕਿੰਨਾ ਬੁਖਾਰ ਹੈ, ਕਿੰਨੇ ਡਿਗਰੀ ਹੈ। ਕੋਈ ਵੱਡੀ ਬਿਮਾਰੀ ਹੁੰਦੀ ਹੈ, ECG ਕਰਾਉਂਦੇ ਹੋ, ਕਈ ਤਰ੍ਹਾਂ ਦੇ ਮੈਡੀਕਲ ਦੇ ਟੈਸਟ ਕਰਾਉਂਦੇ ਹੋ, ਕਿਉਂ ਕਰਾਉਂਦੇ ਹੋ? ਇਹ ਚੀਜ਼ ਪਤਾ ਕਰਨ ਲਈ ਕਿ ਸਾਨੂੰ ਬਿਮਾਰੀ ਕੀ ਹੈ, ਤੁਹਾਨੂੰ ਕੀ ਬਿਮਾਰੀ ਹੈ, ਉਹਦੇ ਅਕੋਰਡਿੰਗਲੀ ਆਪ ਦਾ ਇਲਾਜ ਕਰਾਉਂਦੇ ਹੋ। ਮੈਂ ਇੱਕ ਕੰਸਲਟੈਂਟ ਹਾਂ ਜਿਹਦਾ ਕੰਮ ਹੈ ਤੁਹਾਨੂੰ ਸਭ ਤੋਂ ਪਹਿਲਾਂ ਗਾਈਡ ਕਰਨਾ, ਤੁਹਾਡੇ ਅੰਦਰ ਪ੍ਰੋਬਲਮ ਕੀ ਹੈ, ਕਿਹੜੀਆਂ ਚੀਜ਼ਾਂ ਨੇ ਤੁਹਾਡੀ ਐਪਲੀਕੇਸ਼ਨ 'ਚ ਜਿਹੜਾ ਤੁਹਾਡੇ ਵੀਜ਼ੇ ਨੂੰ ਰਿਫਿਊਜ਼ਲ ਵੱਲ ਤੋਰਦੀਆਂ, ਕਿਹੜੀਆਂ ਚੀਜ਼ਾਂ ਜਿਹਦੇ ਕਰਕੇ ਤੁਹਾਨੂੰ ਵੀਜ਼ਾ ਮਿਲ ਸਕਦਾ। ਤੁਹਾਡਾ 1 ਵਾਰੀ ਰਿਫਿਊਜ਼ ਹੈ, 2 ਵਾਰੀ ਰਿਫਿਊਜ਼ ਹੈ, 3 ਵਾਰੀ ਰਿਫਿਊਜ਼ ਹੈ, ਜਦੋਂ ਤੁਸੀਂ ਐਪਲੀਕੇਸ਼ਨ ਬਣਾਉਣੀ ਹੈ ਆਪਣਾ ਕੇਸ ਰਿਫਿਊਜ਼ਲ ਤੋਂ ਸ਼ੁਰੂ ਕਰਨਾ ਹੈ। ਅੰਬੈਸੀ ਨੂੰ ਦੱਸਣਾ ਵਾ ਕਿ ਪਹਿਲਾਂ ਮੇਰਾ 3 ਵਾਰੀ ਵੀਜ਼ਾ ਰਿਫਿਊਜ਼ ਹੈ, ਮੈਂ ਚੌਥੀ ਵਾਰੀ ਕਿਉਂ ਅਪਲਾਈ ਕਰੀ ਜਾ ਰਿਹਾ, ਮੇਰੀ ਫਾਈਲ 'ਚ ਕਿਹੜੀਆਂ ਚੀਜ਼ਾਂ ਪੋਜ਼ਿਟਿਵ ਹੈ ਜਿਹਦੇ ਕਰਕੇ ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ ਕਿ ਮੇਰੀ ਐਪਲੀਕੇਸ਼ਨ ਦੁਬਾਰਾ ਅਸੈਸ ਕੀਤੀ ਜਾਏ। ਕੀਤੀ ਤੁਸੀਂ ਬੈਚਲਰ ਡਿਗਰੀ ਹੋਈ ਹੈ, ਕੋਰਸ ਕਰਨ ਚੱਲੇ ਹੋ ਤੁਸੀਂ ਡਿਪਲੋਮੇ ਦਾ, ਵੀਜ਼ਾ ਰਿਫਿਊਜ਼ ਹੋਣਾ ਹੈ। ਤੁਸੀਂ MSc ਕਰ ਲਈ, M.Ed ਕਰ ਲਈ, B.Ed ਕਰ ਲਈ, ਕੋਰਸ ਕਰਨ ਚੱਲੇ ਹੋ ਡਿਪਲੋਮੇ ਦਾ, ਨਹੀਂ ਦੇਣਾ ਵੀਜ਼ਾ। 10 ਸਾਲ ਹੋ ਗਏ ਪੜ੍ਹਾਈ ਕਰਦਿਆਂ, ਕੰਟੀਨਿਊ ਸਟੱਡੀ, ਅੱਗੇ ਕੀ ਪੜ੍ਹਨਾ ਵਾ ਉਹਦੇ ਬਾਰੇ ਲਿਖਿਆ ਹੀ ਨਹੀਂ ਫਾਈਲ 'ਚ। ਚੰਗਾ ਭਲਾ 80-90% ਵਾਲਾ ਵੀਜ਼ਾ ਰਿਫਿਊਜ਼ ਹੋ ਜਾਂਦਾ ਜਦੋਂ ਤੱਕ ਤੁਸੀਂ ਕੁਝ ਦੱਸਦੇ ਨਹੀਂ। ਇੱਕ ਵੀਜ਼ਾ ਆਫਿਸਰ ਤੁਸੀਂ ਬਣ ਗਏ, ਸਵੇਰ ਨੂੰ ਤੁਸੀਂ ਕਿਸੇ ਨੂੰ ਵੀਜ਼ਾ ਦੇਣਾ, ਉਹਦੇ ਕਾਗਜ਼ਾਂ ਤੋਂ ਥੋੜੀ ਪਤਾ ਲੱਗ ਜਾਣਾ, ਤੁਹਾਨੂੰ ਉਹਦੇ ਨਾਲ ਉਹਦੀ SOP ਪੜ੍ਹਨੀ ਪੈਣੀ ਹੈ। ਤੁਸੀਂ ਅਫਸਰ ਦੇ ਨਾਂ ਤੇ ਜਿਹੜੀ ਲੈਟਰ ਲਿਖਦੇ ਜੀ, ਅਫਸਰ ਪੜ੍ਹਦਾ ਵਾ ਕਿ ਤੁਹਾਡੇ ਅੰਦਰ ਕੀ ਇਹੋ ਜਿਹੀ ਚੀਜ਼ ਹੈ ਜਿਹਦੇ ਕਰਕੇ ਤੁਹਾਨੂੰ ਵੀਜ਼ਾ ਦਿੱਤਾ ਜਾਏ। ਅੱਜ ਮੇਰੇ ਕੋਲ ਬਾਰ-ਬਾਰ, ਅਸੀਂ ਕਿਸੇ ਵੀ ਪਲੇਟਫਾਰਮ ਤੇ ਚੱਲਦੇ ਹਾਂ, ਹਰ ਜਗ੍ਹਾ ਤੇ ਸਟੂਡੈਂਟ ਦਾ ਇੱਕੋ ਹੀ ਸਵਾਲ ਹੈ ਕਿ ਮੇਰਾ ਵੀਜ਼ਾ ਕਦੋਂ ਆਉਣਾ। ਮੈਨੂੰ 5 ਮਹੀਨੇ ਹੋ ਗਏ, ਮੈਨੂੰ 8 ਮਹੀਨੇ ਹੋ ਗਏ, ਮੈਨੂੰ 10 ਮਹੀਨੇ ਹੋ ਗਏ। ਕੀ ਤੁਸੀਂ ਆਪ ਦੀ ਨਵੀਂ ਆਫਰ ਲੈਟਰ ਐਮਬੈਸੀ ਨੂੰ ਭੇਜੀ ਹੈ? ਤੁਸੀਂ ਆਪ ਦੀ ਐਡਮਿਸ਼ਨ ਨਵੀਂ ਐਮਬੈਸੀ ਨੂੰ ਭੇਜੀ ਹੈ? ਕਿਤੇ ਤੁਹਾਡਾ ਇਦਾਂ ਤਾਂ ਨਹੀਂ ਕੋਰਸ ਦੀ ਡੇਟ ਲੰਘ ਚੁੱਕੀ ਹੈ? ਜਿੰਨੇ ਨਵੇਂ ਬੱਚਿਆਂ ਨੇ ਅਪਲਾਈ ਕਰਨਾ, ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਸਤੰਬਰ ਇਨਟੇਕ ਅਪਲਾਈ ਕਰਿਓ, ਮਈ ਨਾ ਕਰਿਓ, ਕਿਉਂਕਿ ਮਈ ਦੀ ਤਰੀਕ ਹੀ ਲੰਘ ਚੁੱਕੀ ਹੈ। ਅੱਜ 3 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ। ਅੱਜ ਦੀ ਤਰੀਕ ਤੋਂ ਬਾਅਦ ਦੇਖ ਲਓ ਕਿ 3 ਮਹੀਨੇ ਬਾਅਦ ਤੁਹਾਡਾ ਕੋਰਸ ਸ਼ੁਰੂ ਹੋ ਰਿਹਾ। ਜੇ ਤੁਹਾਡੀ ਡੇਟ ਲੰਘ ਚੁੱਕੀ, ਨਾ ਅਪਲਾਈ ਕਰਿਓ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ। 6 ਬੈਂਡ ਓਵਰਆਲ ਚਾਹੀਦੇ ਆ, 5.5 ਬੈਂਡ ਈਚ ਚਾਹੀਦੇ ਆ। ਸਾਰੇ ਕਾਲਜ ਦੇ ਦਾਖਲਾ ਦੇਣ ਨੂੰ ਤਿਆਰ ਹੈ। ਅਸੀਂ ਸਾਰੇ ਪੈਸੇ ਬਾਅਦ ਚੋਂ ਲੈਂਦੇ ਹਾਂ। ਅੱਜ 2.5 ਲੱਖ ਰੁਪਏ ਦੀ ਪ੍ਰਮੋਸ਼ਨ ਕਰਦੇ ਪਏ ਹਾਂ। $5,000 ਫੀਸ ਹੈ ਕਾਲਜ ਦੀ, ਜੋ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ। ਬਹੁਤ ਧੰਨਵਾਦ ਕਰਦਾ ਉਹਨਾਂ ਸਟੂਡੈਂਟ ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਰੱਖ ਕੇ ਅਪਲਾਈ ਕੀਤਾ। ਸਾਡਾ ਮਕਸਦ ਇੱਥੇ ਪੈਸਾ ਕਮਾਉਣਾ ਨਹੀਂ ਹੈ। ਸਾਡਾ ਮਕਸਦ ਹੈ ਕਿਸੇ ਗਰੀਬ ਦੇ ਨਾਲ ਖੜੇ ਹੋਈਏ। ਬਹੁਤ ਸਾਰੇ ਬੱਚੇ ਕਹਿੰਦੇ ਆ ਕਿ GIC ਲੱਗ ਜਾਂਦਾ। GIC ਦੀ ਗੱਲ ਨਹੀਂ ਕਰਦੇ। ਜੇ ਫਾਈਲ SDS ਚਲਾਉਣੀ ਤਾਂ GIC ਲੱਗ ਜਾਂਦਾ। ਮੈਂ ਸਹਿਮਤ ਹਾਂ ਤੁਹਾਡੇ ਨਾਲ। ਕੈਨੇਡਾ ਜਾਣ ਵਾਲੇ ਬੱਚੇ ਦਾ ਅੱਜ 8-9 ਲੱਖ 10 ਲੱਖ ਰੁਪਏ ਲੱਗ ਜਾਂਦਾ, ਕਿਉਂਕਿ 5-5.5 ਲੱਖ ਰੁਪਏ ਦਾ GIC 'ਚ ਚਲੇ ਜਾਂਦਾ। ਜੇ 2.5 ਲੱਖ ਰੁਪਈਆ ਵੀ ਫੀਸ ਦੇਗਾ, ਫਿਰ ਵੀ 8 ਲੱਖ ਤੱਕ ਪਹੁੰਚ ਗਿਆ ਮਸਲਾ। ਅੱਜ ਕੋਈ ਬੱਚਾ ਕਹਿੰਦਾ ਨਹੀਂ ਮੇਰੇ ਕੋਲ ਹੈ ਹੀ ਨਹੀਂ ਪੈਸੇ, ਮੇਰੇ ਕੋਲ ਤਾਂ 50,000 ਲੱਖ ਰੁਪਈਆ, ਮੈਨੂੰ ਇੰਨੇ ਪੈਸਿਆਂ ਨਾਲ ਕੈਨੇਡਾ ਭੇਜੋ। ਤੁਸੀਂ ਕਹਿੰਦੇ ਜੇ ਮੇਰੇ ਕੋਲ ਸਿਰਫ 50,000 ਲੱਖ ਰੁਪਈਆ, ਮੈਂ ਇੰਨੇ ਪੈਸੇ ਨਾਲ ਬਾਹਰ ਜਾਣਾ ਚਾਹੁੰਦਾ। ਨਾ ਸੰਗਿਓ, ਜ਼ਰੂਰ ਆਇਓ ਮੇਰੇ ਕੋਲ, ਮੈਨੂੰ ਫੋਨ ਕਰੋ। ਤੁਹਾਡੇ ਬੈਂਡ 6 ਹੈਗੇ ਆ ਨਾ, ਮੈਂ ਤੁਹਾਨੂੰ 50,000 ਲੱਖ ਰੁਪਏ ਨਾਲ ਹੀ ਭੇਜ ਦੂੰ। ਥੋੜੇ ਪੈਸਿਆਂ 'ਚ ਭੇਜਣ ਦੀ ਜ਼ਿੰਮੇਵਾਰੀ ਲਵਾਂਗੇ। ਬਾਹਰ ਜਾ ਕੇ ਫੀਸ ਦੇ ਸਕਦੇ ਹੋ, ਫੀਸ ਤੁਸੀਂ ਕਮਾ ਕੇ ਦੇ ਸਕਦੇ ਹੋ। ਅੱਜ ਬਾਹਰ ਜਾਣ ਵਾਲਾ ਕਾਰੋਬਾਰ ਜੋ ਅਸੀਂ ਕਰਦੇ ਹਾਂ, ਇਹ ਕਿਸੇ ਦੀ ਭੁੱਖ ਨਾਲ ਜੁੜਿਆ ਹੋਇਆ, ਇਹ ਕਿਸੇ ਦੇ ਅਰਮਾਨਾਂ ਨਾਲ ਜੁੜਿਆ ਹੋਇਆ। ਅੱਜ ਤੁਹਾਡਾ ਬੱਚਾ ਬਾਹਰ ਜਾਂਦਾ, ਤੁਸੀਂ ਬਾਹਰ ਜਾਂਦੇ ਜੇ। ਕੋਈ ਵੀ ਬੱਚਾ ਬਾਹਰ ਜਾਂਦਾ ਵਾ,
ਕੀ ਫਾਇਦਾ ਹੁੰਦਾ ਉਹਦੇ ਬਾਹਰ ਜਾਣ ਨਾਲ? ਉਹਦੇ ਬਾਹਰ ਜਾਣ ਨਾਲ ਕਿਸੇ ਗਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਹੋ ਜਾਂਦਾ, ਕਿਸੇ ਦੇ ਬਜ਼ੁਰਗ ਮਾਂ-ਬਾਪ ਦਾ ਇਲਾਜ ਹੋ ਜਾਂਦਾ ਉਹਦੇ ਨਾਲ, ਕਿਸੇ ਦੀ ਪੈਲੀ ਜਿਹੜੀ ਕਰਜ਼ੇ 'ਚ ਪਈ ਆ ਉਹ ਛੁੱਟ ਜਾਂਦੀ ਹੈ, ਕੋਈ ਆਪਣੀ ਸਮਾਜ ਦੇ ਵਿੱਚ ਇੱਜ਼ਤ ਬਣਾ ਜਾਂਦਾ। ਗਰੀਬੀ ਬਹੁਤ ਵੱਡਾ ਪਾਪ ਹੈ। ਗਰੀਬ ਹੋਣਾ ਲਾਹਨਤ ਹੈ। ਜੇ ਆਪਾਂ ਮਿਹਨਤ ਮਜ਼ਦੂਰੀ ਕਰਾਂਗੇ, ਹਾਰਡ ਵਰਕ ਕਰਾਂਗੇ, ਅਸੀਂ ਇਹ ਗਰੀਬੀ ਦੇ ਬੋਝ ਚੋਂ ਬਾਹਰ ਨਿਕਲ ਸਕਦੇ ਹਾਂ। ਕਿਸ ਚੀਜ਼ ਦੀ ਲੋੜ ਹੈ? ਹੌਸਲਾ ਰੱਖਣ ਦੀ ਲੋੜ ਹੈ, ਸਿਰਫ ਔਰ ਸਿਰਫ ਹੌਸਲਾ। ਕੁਝ ਨਹੀਂ ਚਾਹੀਦਾ ਜੇ ਹੋਰ ਤੁਹਾਨੂੰ। ਕਦੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ, ਹਰ ਰੋਜ਼ ਨਵਾਂ ਸੂਰਜ ਚੜ੍ਹਦਾ ਜੇ। ਮਿਹਨਤ ਕਰੋ, ਜ਼ਰੂਰ ਕਿਤੇ ਨਾ ਕਿਤੇ ਪਹੁੰਚੋਗੇ। ਮੈਂ ਫ੍ਰੀ 'ਚ ਭੇਜ ਦਿੰਦਾ ਭਾਈ। ਕੀ ਹੁੰਦਾ 50,000 ਲੱਖ ਰੁਪਈਆ? ਕਿਸੇ ਦੇ ਮਰਗ ਹੋ ਜਾਵੇ ਉਹਦੇ 50,000 ਲੱਖ ਰੁਪਈਆ ਉਹਦੇ ਸੰਸਕਾਰ ਤੇ ਲੱਗ ਜਾਂਦਾ। ਕਿਸੇ ਦੇ ਜਵਾਕ ਜੰਮ ਜਾਵੇ ਉਹਦੇ 50,000 ਲੱਖ ਰੁਪਈਆ ਲੱਗ ਜਾਂਦਾ। ਖੜੇ ਪੈਰੀ ਕੋਈ ਸਮੱਸਿਆ ਕਿਸੇ ਦੇ ਪੈ ਜਾਵੇ, ਕੋਈ ਮਿਡਲ ਕਲਾਸ ਤੇ, ਕਿਸੇ ਮੱਧ ਵਰਗੀ ਪਰਿਵਾਰ ਤੇ 50,000 ਲੱਖ ਰੁਪਈਆ ਉਹਦਾ ਉਸੇ ਵੇਲੇ ਲੱਗ ਜਾਂਦਾ। ਹਰ ਬੰਦਾ 150 ਰਿਸ਼ਤੇਦਾਰਾਂ ਦੇ ਨਾਲ ਘਿਰਿਆ ਹੁੰਦਾ। ਅੱਜ ਬਾਹਰ ਜਾਣ ਲਈ ਉਹਨੂੰ 50,000 ਲੱਖ ਰੁਪਈਆ ਕੋਈ ਵੀ ਦੇ ਦੇਗਾ। ਮੈਂ ਦਊਂਗਾ ਤੁਹਾਡਾ ਸਾਥ। 6 ਬੈਂਡ ਲੈ ਕੇ ਮੈਨੂੰ ਮਿਲੋ। ਮੇਰਾ ਮਕਸਦ ਇੱਕੋ ਹੀ ਹੈ, ਮੈਂ ਕਿਸੇ ਦੇ ਕੰਮ ਆ ਜਾਵਾਂ। ਜਿਹੜੇ ਲੋਕਾਂ ਨੇ ਮੈਨੂੰ ਇਹ ਰੁਤਬਾ ਦਿੱਤਾ ਕਿ ਅੱਜ ਮੈਂ ਆਪਣੇ ਪਰਿਵਾਰ ਨੂੰ ਵਧੀਆ ਰੋਟੀ ਖਵਾ ਪਾ ਰਿਹਾ, ਅੱਜ ਮੇਰੀ ਵਾਰੀ ਹੈ ਉਹਨਾਂ ਲੋਕਾਂ ਦੇ ਨਾਲ ਖੜੇ ਹੋਣ ਦੀ। ਮੰਦਾ ਬੋਲਣਾ ਬਹੁਤ ਸੌਖਾ ਹੈ, ਕਿਸੇ ਤੇ ਉਂਗਲ ਚੁੱਕਣੀ ਬਹੁਤ ਸੌਖੀ ਹੈ, ਕਿਸੇ ਦੇ ਨਾਲ ਖੜੇ ਹੋਣਾ ਬਹੁਤ ਔਖਾ। ਆਓ ਸਾਰੇ ਜਣੇ ਕੋਸ਼ਿਸ਼ ਕਰੀਏ, ਕਿਸੇ ਗਰੀਬ ਦੀ ਹੈਲਪ ਕਰੀਏ। ਕਿਸੇ ਨੂੰ ਪੈਸੇ ਕਰਜ਼ੇ ਤੇ ਦੇਣਾ, ਕਿਸੇ ਨੂੰ ਰੋਟੀ ਖਵਾਉਣਾ, ਲੰਗਰ ਲਾਣੇ, ਸ਼ੌਹਰਤਾਂ ਲੈਣੀਆਂ, ਇਹ ਛੋਟੀਆਂ ਚੀਜ਼ਾਂ। ਕਿਸੇ ਦਾ ਜਵਾਕ ਬਾਹਰ ਭੇਜ ਦਿਓਗੇ ਨਾ, ਅਗਲੇ ਦੇ ਘਰ ਬੂਟਾ ਲਾਤਾ ਤੁਸੀਂ। ਤੁਹਾਡੇ ਸਮਾਜ ਦੇ ਵਿੱਚ ਕੋਈ ਵੀ ਬੰਦਾ ਇਹੋ ਜਿਹਾ ਜਿਹਦੇ ਨੰਬਰ ਚੰਗੇ ਹੈ, ਤੁਸੀਂ ਕੋਈ ਦਾਨ ਪੁੰਨ ਕਰਨਾ ਚਾਹੁੰਦੇ ਜੇ ਉਹਦੀ ਪੜ੍ਹਾਈ ਤੇ ਪੈਸੇ ਲਾ ਦਿਓ, ਸਾਰੀ ਜ਼ਿੰਦਗੀ ਉਹ ਜਵਾਕ ਫਰੂਟ ਦੇਗਾ। ਸਾਰੀ ਜ਼ਿੰਦਗੀ ਉਹ ਜਵਾਕ ਲੋਕਾਂ ਦੀ ਮਦਦ ਕਰੇਗਾ। ਅਸੀਂ ਜਾਂਦੇ ਜਾਂਦੇ ਕਾਲਸ ਲਵਾਂਗੇ। ਤੁਹਾਡੇ ਜੋ ਵੀ ਸਵਾਲ ਨੇ ਮੈਂ ਜਾਂਦੇ ਜਾਂਦੇ ਕਾਲਸ ਲੈਣ ਲਈ ਤਿਆਰ ਹਾਂ। ਕੁਝ ਵੀ ਤੁਹਾਡਾ ਕੰਸਰਨ ਹੈਗਾ ਵਾ ਬਾਹਰ ਜਾਣ ਵਾਸਤੇ, ਮੈਨੂੰ ਹੁਣੇ ਕਾਲ ਕਰੋ। ਜਿਨ੍ਹਾਂ ਬੱਚਿਆਂ ਨੂੰ 8-8 10-10 ਮਹੀਨੇ ਹੋ ਗਏ ਫਾਈਲਾਂ ਲਾਈਆਂ ਨੂੰ, ਮੇਰਾ ਉਹਨਾਂ ਨੂੰ ਮੈਸੇਜ ਹੈ ਕਿ ਆਪ ਦੀ ਫਾਈਲ ਦੇ ਵਿੱਚ ਡੈਫਰ ਦੀ ਰਿਕੁਐਸਟ ਭੇਜੋ। ਜਿਹੜਾ ਕਾਲਜ ਯੂਨੀਵਰਸਿਟੀ ਤੁਸੀਂ ਅਪਲਾਈ ਕੀਤਾ ਸੀਗਾ, ਉਸ ਕਾਲਜ ਯੂਨੀਵਰਸਿਟੀ ਦੇ ਨਾਲ ਗੱਲ ਕਰਕੇ ਉੱਥੇ ਨਵੀਂ ਲੈਟਰ ਲੈ ਕੇ ਵੈਬ ਫਾਰਮ ਦੇ ਜ਼ਰੀਏ ਐਮਬੈਸੀ ਨੂੰ ਭੇਜੋ। ਜਿਨ੍ਹਾਂ ਦੇ ਕਿਊਬਿਕ 'ਚ ਕੇਸ ਫਸੇ ਨੇ, ਨਹੀਂ ਨਿਕਲਦੇ ਪਏ, ਆਪਣਾ ਕੇਸ ਵਿਡਰਾਅ ਕਰਾ ਲਓ। ਆਪਣਾ ਕੇਸ ਵਿਡਰਾਅ ਕਰਾ ਕੇ ਕਿਸੇ ਹੋਰ ਕਾਲਜ ਦੇ ਵਿੱਚ ਜਮ੍ਹਾਂ ਕਰਾ ਲਓ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਨਾਮ ਜੀ ਤੁਹਾਡਾ? ਯੂਐਸਏ ਸਟੱਡੀ ਵੀਜ਼ਾ ਬਾਰੇ ਜਾਣਨਾ ਸੀ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਹਰਮਨ ਸਿੰਘ ਜੀ। ਹਰਮਨ ਜੀ, 4 ਲੱਖ ਰੁਪਏ ਤੋਂ ਲੈ ਕੇ 40 ਲੱਖ ਰੁਪਏ ਤੱਕ ਉੱਥੇ ਪੜ੍ਹਾਈ ਦੀ ਫੀਸ ਹੁੰਦੀ ਹੈ। ਹਾਂਜੀ। ਇਹ ਪੈਸੇ ਉੱਥੇ ਜਾ ਕੇ ਦੇਣੇ ਹੁੰਦੇ, ਆਪਾਂ ਇੱਥੋਂ ਨਹੀਂ ਦੇਣੇ ਹੁੰਦੇ ਕੁਝ ਵੀ। ਫੰਡ ਕਿੰਨੇ ਸ਼ੋਅ ਕਰਨੇ ਨੇ? ਫੰਡ ਇੱਕ ਦਿਨ ਪੁਰਾਣਾ 20 ਲੱਖ ਰੁਪਏ ਸ਼ੋਅ ਕਰਨਾ ਹੁੰਦਾ। ਕਿਸੇ ਦਾ ਵੀ ਸ਼ੋਅ ਕਰ ਸਕਦੇ ਜੇ। ਐਨੀ ਵਨ ਕੈਨ ਸਪਾਂਸਰ ਯੂ। ਕੋਈ ਤੁਹਾਡਾ ਅਮਰੀਕਾ 'ਚ ਰਹਿੰਦਾ, ਕੋਈ ਕੈਨੇਡਾ 'ਚ ਹੈ, ਕੋਈ ਜਲੰਧਰ, ਲੁਧਿਆਣੇ, ਅੰਮ੍ਰਿਤਸਰ 'ਚ, ਕੋਈ ਰਿਸ਼ਤੇਦਾਰ, ਭੈਣ, ਭਰਾ, ਆਂਢੀ ਗੁਆਂਢੀ, ਕੋਈ ਵੀ ਤੁਹਾਡਾ ਹੈਗਾ ਮਿੱਤਰ, ਉਹ ਤੁਹਾਡੇ ਫੰਡ ਸ਼ੋਅ ਕਰ ਸਕਦਾ। ਔਰ ਫੰਡ ਇੱਕ ਦਿਨ ਪੁਰਾਣੇ ਸ਼ੋਅ ਨੇ ਬਸ। ਓਕੇ। ਅੰਗਰੇਜ਼ੀ ਬੋਲਣੀ ਆਉਂਦੀ ਹੋਣੀ ਚਾਹੀਦੀ ਹੈ। ਵੀਜ਼ਾ ਲਵਾਉਣ ਦੀ ਜ਼ਿੰਮੇਵਾਰੀ ਮੈਂ ਲਵਾਂਗਾ ਜੀ। ਓਕੇ। ਜੇ ਦੇ ਸਕੋਗੇ ਮੈਂ 50,000 ਰੁਪਏ ਆਪਣੀ ਫੀਸ ਲਵਾਂਗਾ। ਜੇ ਤੁਸੀਂ ਨਹੀਂ ਦੇ ਸਕੋਗੇ ਮੈਂ ਫ੍ਰੀ ਭੇਜ ਦੂੰਗਾ। ਤੁਸੀਂ ਮੈਨੂੰ 6 ਮਹੀਨੇ ਬਾਅਦ ਪੈਸੇ ਭੇਜ ਦਿਓ ਉੱਥੇ ਜਾ ਕੇ। ਵਿਦਆਊਟ ਆਈਐਲਸੀ। ਤੁਸੀਂ ਅੰਗਰੇਜ਼ੀ ਬੋਲਣੀ ਆਉਂਦੀ ਹੋਣੀ ਚਾਹੀਦੀ ਤੁਹਾਨੂੰ। ਹਾਂਜੀ, ਆਉਂਦੀ ਹੈ ਜੀ। ਬਾਕੀ ਜ਼ਿੰਮੇਵਾਰੀ ਮੇਰੀ ਆ। ਮੈਨੂੰ ਪੈਸੇ ਉੱਥੇ ਜਾ ਕੇ ਭੇਜ ਦਿਓ ਤੁਸੀਂ। ਓਕੇ। 6 ਮਹੀਨੇ ਬਾਅਦ ਭੇਜ ਦੋਗੇ ਤਾਂ ਵੀ ਚੱਲੂਗਾ ਜੀ। ਓਕੇ, ਥੈਂਕ ਯੂ। ਥੈਂਕ ਯੂ ਮੇਰਾ ਵੀਰ। ਮਕਸਦ ਕੀ ਹੈ? ਮਕਸਦ ਇਹੀ ਹੈ ਕਿ ਕੋਈ ਚਲੇ ਜਾਵੇ ਇੱਥੋਂ, ਕਿਸੇ ਦਾ ਸੁਪਨਾ ਸਾਕਾਰ ਹੋ ਜਾਵੇ। ਲੋਕੀ 50-50 ਲੱਖ ਰੁਪਈਆ ਦੇ ਕੇ ਅਮਰੀਕਾ ਜਾਂਦੇ ਨੇ। ਕੋਈ ਬਾਰਡਰ ਟੱਪਦਾ, ਕੋਈ ਆਪਣੀ ਜਾਨ ਹਥੇਲੀ ਤੇ ਰੱਖ ਕੇ ਜਾਂਦਾ।
ਇਹ 'ਤੇ ਵੀਜ਼ਾ ਲਵਾਉਣ ਦੀ ਗੱਲ ਹੁੰਦੀ ਪਈ ਆ, ਪੜ੍ਹਾਈ ਤੌਰ 'ਤੇ ਜਾਣ ਦੀ ਗੱਲ ਹੁੰਦੀ ਪਈ ਆ। ਆਓ ਸਾਰੇ ਜਣੇ ਮਿਲ ਕੇ ਇੱਕ ਦੂਜੇ ਦੀ ਮਦਦ ਕਰੀਏ। ਜਿੱਦਾਂ ਆਪਾਂ ਬੂਟੇ ਲਾਉਂਦੇ ਆ, ਇਸੇ ਤਰੀਕੇ ਨਾਲ ਅੱਜ ਲੋਕਾਂ ਦੇ ਬੱਚਿਆਂ ਨੂੰ ਗਾਈਡ ਕਰੀਏ ਕਿ ਇੱਕ ਚੰਗੇ ਭਵਿੱਖ ਵਾਸਤੇ ਬਾਹਰ ਚੱਲੀਏ। ਰੋਜ਼ਗਾਰ ਦੀ ਜਿਹੜੀ ਸਾਡੇ ਮੁਲਕ 'ਚ ਸਮੱਸਿਆ ਵਾ, ਉਹਦਾ ਹੱਲ ਇਹੀ ਹੈ ਕਿ ਮਿਹਨਤ ਮਜ਼ਦੂਰੀ ਕਰਕੇ ਆਪਦੇ ਲੋਕਾਂ ਨੂੰ ਬਾਹਰ ਭੇਜੀਏ, ਤਾਂ ਜੋ ਲੋਕ ਚੰਗੀ ਸਿੱਖਿਆ ਲੈ ਕੇ ਵਾਪਸ ਆਉਣ ਔਰ ਆ ਕੇ ਆਪਣੇ ਦੇਸ਼ ਦੀ, ਆਪਣੇ ਸਮਾਜ ਦੀ ਸੇਵਾ ਕਰਨ। ਧੰਨਵਾਦ। ਤੁਸੀਂ ਕਾਲ ਕਰਦੇ ਰਹੋ ਇਸੇ ਤਰੀਕੇ ਨਾਲ, ਮੈਂ ਸਵਾਲਾਂ ਦੇ ਜਵਾਬ ਦਿੰਦਾ ਰਹੂੰਗਾ ਜੀ। ਮਿਹਰਬਾਨੀ।